ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, ਸੀ ਟੈਟ, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫਰੈਂਡਸ ਤੱਕ ਇਹ ਵਾਲੀਆਂ ਵੀਡੀਓਜ਼ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਪਾਰਟ ਨੰਬਰ 3 ਡਿਸਕਸ ਕਰਾਂਗੇ, ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਐਡਮਿਨਿਸਟ੍ਰੇਟਿਵ ਸਿਸਟਮ ਜਿਹੜਾ ਸੀ, ਜਾਣੀ ਕਿ ਸ਼ਾਸਨ ਪ੍ਰਬੰਧ ਸੀ ਜਿਹੜਾ, ਉਸ ਬਾਰੇ ਆਪਾਂ ਡਿਸਕਸ ਕਰਾਂਗੇ, ਜੋ ਕਿ ਤੁਹਾਨੂੰ ਮਾਸਟਰ ਕੇਡਰ, NTT, ਪਟਵਾਰੀ, PSPCL, ਪੰਜਾਬ ਪੁਲਿਸ ਅਤੇ ਸੁਪਰਵਾਈਜ਼ਰ ਅਤੇ PS ਟੈਟ ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ ਕਾਫੀ ਵੱਡਾ ਚੈਪਟਰ ਸੀਗਾ, ਸੋ ਇਸ ਲਈ ਹੈ ਨਾ ਕਾਫੀ ਟਾਈਮ ਇਸ ਦੇ ਉੱਪਰ ਲੱਗ ਰਿਹਾ ਹੈਗਾ। ਸੋ ਇੱਕ ਪਾਰਟ ਇਸ ਦਾ ਹੋਰ ਬਣ ਜਾਵੇਗਾ ਔਰ ਫਿਰ ਕੱਲ੍ਹ ਇਸ ਨੂੰ ਨਾ ਆਪਾਂ ਕੰਪਲੀਟ ਕਰਕੇ ਇਸ 'ਤੇ ਇੱਕ ਦੋ ਪਾਰਟ MCQ ਵਾਲੇ ਰਹਿੰਦੇ ਨੇ ਉਹ ਖਤਮ ਕਰਕੇ ਫਿਰ ਇਸ ਤੋਂ ਬਾਅਦ ਐਂਗਲੋ ਸਿੱਖ ਰਿਲੇਸ਼ਨ ਜਿਹੜੇ ਆਪਾਂ ਸ਼ੁਰੂ ਕਰ ਦੇਵਾਂਗੇ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਮਹਾਰਾਜਾ ਰਣਜੀਤ ਸਿੰਘ ਦੇ ਸਿਵਲ ਪ੍ਰਬੰਧ ਬਾਰੇ, ਸਿਵਲ ਐਡਮਿਨਿਸਟ੍ਰੇਟਿਵ ਸਿਸਟਮ ਆਫ ਮਹਾਰਾਜਾ ਰਣਜੀਤ ਸਿੰਘ। ਸੋ ਸਿਵਲ ਦੇ ਅਧੀਨ ਆਪਾਂ ਗੱਲ ਕਰਦੇ ਹਾਂ ਪਹਿਲਾਂ ਕੇਂਦਰੀ ਸ਼ਾਸਨ ਪ੍ਰਬੰਧ। ਸੋ ਸੈਂਟਰ ਐਡਮਿਨਿਸਟ੍ਰੇਟਰ ਜਿਹੜਾ ਸੀਗਾ ਉਹ ਕਿਸ ਦੇ ਅਧੀਨ ਹੁੰਦਾ ਸੀ, ਕੌਣ ਇਸ ਦਾ ਹੈੱਡ ਹੁੰਦਾ ਸੀ, ਤਾਂ ਆਪਾਂ ਸੈਂਟਰ ਤੋਂ ਸ਼ੁਰੂ ਕਰਦੇ ਹੈਗੇ ਹਾਂ। ਠੀਕ ਹੈ, ਕੇਂਦਰੀ ਸ਼ਾਸਨ ਪ੍ਰਣਾਲੀ। ਤਾਂ ਕੇਂਦਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਸਭ ਤੋਂ ਹੈੱਡ ਜਿਹੜਾ ਹੁੰਦਾ ਸੀ ਉਹ ਮਹਾਰਾਜਾ ਹੁੰਦਾ ਸੀ, ਜਾਣੀ ਕਿ ਮਹਾਰਾਜਾ ਰਣਜੀਤ ਸਿੰਘ ਸੀਗਾ। ਸੋ ਇਹ ਰਾਜ ਦਾ ਮੁਖੀ ਹੁੰਦਾ ਸੀ, ਸਾਰਾ ਕੁਝ ਜਿਹੜਾ ਉਹ ਇਸ ਦੇ ਅਧੀਨ ਹੁੰਦਾ ਸੀ। ਸੋ ਹਰ ਇੱਕ ਕਮਾਂਡ ਜਿਹੜੀ ਹੈ ਉਹ ਇਸ ਦੇ ਅਧੀਨ ਹੀ ਹੁੰਦੀ ਸੀਗੀ। ਰਾਜਾ ਜਿਹੜਾ ਹੁੰਦਾ ਸੀ ਉਹ ਸਾਰੇ ਮਾਮਲਿਆਂ ਦੀ ਅਗਵਾਈ ਜਿਹੜੀ ਉਹ ਖੁਦ ਕਰਦਾ ਹੁੰਦਾ ਸੀ। ਹਰ ਤਰ੍ਹਾਂ ਦੇ ਜਿੰਨੇ ਵੀ ਅਹੁਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਖੁਦ ਉਹਨਾਂ ਦੀਆਂ ਸਾਰੀਆਂ ਐਕਟੀਵਿਟੀਜ਼ ਚੈੱਕ ਕਰਦਾ ਸੀ ਕਿ ਸ਼ਾਸਨ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਹੈ। ਸੋ ਕਹਿ ਸਕਦੇ ਹਨ ਕਈ ਜਗ੍ਹਾਵਾਂ ਦੇ ਉੱਪਰ ਉਹ ਭੇਸ਼ ਬਦਲ ਕੇ ਵੀ ਜਾਂਦਾ ਰਿਹਾ ਸੀਗਾ ਤਾਂ ਕਿ ਇਸ ਚੀਜ਼ ਦਾ ਪਤਾ ਲੱਗਦਾ ਰਹੇ ਕਿ ਲੋਕਾਂ ਦਾ ਕਿਤੇ ਸ਼ੋਸ਼ਣ ਤਾਂ ਨਹੀਂ ਹੋ ਰਿਹਾ, ਲੋਕਾਂ ਤੋਂ ਕਿਤੇ ਜ਼ਿਆਦਾ ਕੋਈ ਪੈਸਾ ਤਾਂ ਨਹੀਂ ਲੈ ਰਿਹਾ ਹੈ। ਸੋ ਇਸ ਚੀਜ਼ ਦਾ ਵੀ ਹੈ ਨਾ ਜ਼ਿਕਰ ਦੇਖਣ ਨੂੰ ਮਿਲਦਾ ਹੈ। ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕਾਂ, ਗੈਰ ਸੈਨਿਕ ਅਫਸਰਾਂ ਸਾਰਿਆਂ ਦੀ ਨਿਯੁਕਤੀ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਕੀਤੀ ਜਾਂਦੀ ਸੀਗੀ ਉਸ ਸਮੇਂ ਦੇ ਵਿੱਚ। ਅਤੇ ਇਸ ਤੋਂ ਅਗਲਾ ਜਿਹੜਾ ਉੱਤਰਾਧਿਕਾਰੀ ਹੁੰਦਾ ਸੀ, ਮੀਨਸ ਕਿ ਅਗਲਾ ਜਿਹੜਾ ਆਉਂਦਾ ਹੁੰਦਾ ਸੀ ਮਹਾਰਾਜਾ ਤੋਂ ਬਾਅਦ, ਜਿਵੇਂ ਕਿ ਸਾਡੇ ਵਰਤਮਾਨ ਸਮੇਂ ਰਾਸ਼ਟਰਪਤੀ ਹੈ, ਰਾਸ਼ਟਰਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਆਉਂਦਾ ਹੈ ਨਾ। ਸੋ ਉਸੇ ਤਰੀਕੇ ਦੇ ਨਾਲ ਉਸ ਸਮੇਂ ਵੀ ਕੁਝ ਅਜਿਹਾ ਹੀ ਸੀਗਾ। ਤਾਂ ਮਹਾਰਾਜਾ ਰਣਜੀਤ ਸਿੰਘ ਸੀਗਾ ਜਾਂ ਮਹਾਰਾਜਾ ਉਹ ਸਭ ਤੋਂ ਉੱਪਰ ਸੀਗਾ ਔਰ ਉਸ ਤੋਂ ਬਾਅਦ ਦੂਸਰੇ ਸਥਾਨ ਦੇ ਉੱਪਰ ਆਉਂਦੇ ਸੀਗੇ ਮੰਤਰੀ, ਜਿਹਨੂੰ ਮਿਨਿਸਟਰ ਕਿਹਾ ਜਾਂਦਾ ਸੀ। ਸੋ ਇਹ ਮੰਤਰੀ ਜਿਹੜੇ ਉਹ ਕਈ ਤਰ੍ਹਾਂ ਦੇ ਸੀ ਕਿਉਂਕਿ ਪੂਰੇ ਪ੍ਰਸ਼ਾਸਨ ਨੂੰ ਚਲਾਉਣ ਦੇ ਲਈ ਅਲੱਗ-ਅਲੱਗ ਜਿਹੜੇ ਹੈ ਨਾ ਮੰਤਰੀ ਨਿਯੁਕਤ ਕੀਤੇ ਜਾਂਦੇ ਸੀ। ਸੋ ਇਹਨਾਂ ਸਾਰੇ ਮੰਤਰੀਆਂ ਦੇ ਸੰਗਠਨ ਨੂੰ ਮੰਤਰੀ ਪਰਿਸ਼ਦ ਕਿਹਾ ਜਾਂਦਾ ਸੀ, ਜੋ ਕਿ ਵੱਖ-ਵੱਖ ਮਾਮਲਿਆਂ ਦੇ ਉੱਪਰ ਜਿਹੜਾ ਹੈ ਮਹਾਰਾਜਾ ਦੀ ਜਿਹੜੀ ਸਹਾਇਤਾ ਕਰਦੇ ਸੀ, ਮਦਦ ਕਰਦੇ ਸੀਗੇ। ਠੀਕ ਹੈ, ਔਰ ਇਹਨਾਂ ਸਾਰਿਆਂ ਦੀ ਜਿਹੜੀ ਨਿਯੁਕਤੀ ਹੁੰਦੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਕੀਤੀ ਜਾਂਦੀ ਸੀ। ਉਹ ਖੁਦ ਇਹਨਾਂ ਨੂੰ ਨਿਯੁਕਤ ਕਰਦਾ ਸੀ, ਉਹਨਾਂ ਦੇ ਵਿੱਚ ਜੋ ਕੁਆਲਿਟੀਜ਼ ਹੁੰਦੀਆਂ ਸੀਗੀਆਂ। ਸੋ ਕਾਫੀ ਸਾਰੇ ਜਿਹੜੇ ਮੰਤਰੀ ਸੀਗੇ ਸੋ ਉਹਨਾਂ ਦਾ ਜ਼ਿਕਰਯੋਗ ਹੈ। ਸੋ ਫਸਟ ਇਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਹੈ, ਜੋ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੂਸਰੇ ਸਥਾਨ ਦੇ ਉੱਪਰ ਆਉਂਦੇ ਸੀਗੇ। ਤਾਂ ਕੇਂਦਰ ਦੇ ਵਿੱਚ ਇਹਨਾਂ ਦਾ ਦੂਸਰਾ ਸਥਾਨ ਸੀਗਾ। ਠੀਕ ਹੈ, ਔਰ ਰਣਜੀਤ ਸਿੰਘ ਦੇ ਸਮੇਂ ਇਸ ਅਹੁਦੇ ਦੇ ਉੱਪਰ ਬਹੁਤੀ ਦੇਰ ਤੱਕ ਰਾਜਾ ਧਿਆਨ ਸਿੰਘ ਸੀਗਾ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਪਰ ਹੈ। ਹਾਲਾਂਕਿ ਹੋਰ ਵੀ ਰਹੇ ਨੇ ਬਟ ਸਭ ਤੋਂ ਜ਼ਿਆਦਾ ਸਮਾਂ ਜਿਹੜਾ ਹੈ ਉਹ ਰਾਜਾ ਧਿਆਨ ਸਿੰਘ ਨੇ ਬਿਤਾਇਆ ਸੀਗਾ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਪਰ। ਠੀਕ ਹੈ, ਸੋ ਇਹਦਾ ਕੰਮ ਹੁੰਦਾ ਸੀ ਰਾਜ ਦੀ ਦੇਖ ਰੇਖ ਕਰਨਾ, ਸਾਰਾ ਪ੍ਰਬੰਧ ਚਲਾਉਣਾ ਕਿ ਸਹੀ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਹੈ, ਸੋ ਨਿਗਰਾਨੀ ਕਰਨਾ। ਠੀਕ ਹੈ, ਇਸ ਤੋਂ ਅਗਲਾ ਜਿਹੜਾ ਕਹਿ ਸਕਦੇ ਅਧਿਕਾਰੀ ਹੁੰਦਾ ਸੀ ਉਹ ਵਿਦੇਸ਼ ਮੰਤਰੀ ਹੁੰਦਾ ਸੀ, ਫੋਰਨ ਮਿਨਿਸਟਰ ਜਿਹੜਾ ਕਿਹਾ ਜਾਂਦਾ ਸੀ। ਇਸ ਦਾ ਮੇਨ ਕੰਮ ਹੁੰਦਾ ਸੀਗਾ ਕਿ ਵਿਦੇਸ਼ ਦੀਆਂ ਜਿਹੜੀਆਂ ਨੀਤੀਆਂ ਨੇ, ਪਾਲਿਸੀਆਂ ਨੇ, ਉਹਨਾਂ ਨੂੰ ਤਿਆਰ ਕਰਨਾ, ਉਹਨਾਂ ਦਾ ਨਿਰਮਾਣ ਕਰਨਾ, ਉਹਨਾਂ ਨੂੰ ਲਾਗੂ ਕਰਵਾਉਣਾ, ਵਿਦੇਸ਼ਾਂ ਦੇ ਨਾਲ ਸੰਬੰਧ ਸਥਾਪਿਤ ਕਰਨਾ, ਇਹ ਸਾਰੀ ਜ਼ਿੰਮੇਵਾਰੀ ਸੀਗੀ ਜਿਹੜੀ ਇਹ ਵਿਦੇਸ਼ ਮੰਤਰੀ ਦੀ ਹੁੰਦੀ ਸੀਗੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਸੀਗਾ ਜਿਹੜਾ ਉਹ ਦੂਸਰੀਆਂ ਸ਼ਕਤੀਆਂ ਦੇ ਨਾਲ ਮਹਾਰਾਜੇ ਨੂੰ ਦੂਸਰੇ ਸ਼ਕਤੀਆਂ ਦੇ ਨਾਲ ਯੁੱਧ ਅਤੇ ਸੁਲਾਹ ਸੰਬੰਧੀ ਵਿਸ਼ਿਆਂ ਦੇ ਬਾਰੇ ਸਲਾਹ ਵੀ ਦਿੰਦਾ ਹੁੰਦਾ ਸੀ ਕਿ ਆਪਾਂ ਉਸ ਪਾਰਟੀ ਦੇ ਨਾਲ ਜਾਂ ਉਸ ਸਟੇਟ ਦੇ ਨਾਲ ਜਾਂ ਉਸ ਖੇਤਰ ਦੇ ਨੇਤਾ ਦੇ ਨਾਲ ਲੜਾਈ ਕਰਨੀ ਹੈ, ਯੁੱਧ ਕਰਨਾ ਹੈ, ਯੁੱਧ ਕਰਕੇ ਉਸ ਨੂੰ ਜਿੱਤ ਸਕਦੇ ਹਾਂ, ਜਾਂ ਫਿਰ ਉਸ ਨਾਲ ਆਪਾਂ ਹੈ ਨਾ ਸਲਾਹ ਦੇ ਨਾਲ
ਸਲਾਹ ਮਸ਼ਵਰੇ ਦੇ ਨਾਲ ਉਸ ਪ੍ਰੋਬਲਮ ਦਾ ਜਿਹੜਾ ਉਹ ਸੋਲਿਊਸ਼ਨ ਕਰ ਸਕਦੇ ਹਾਂ। ਸੋ ਇਸ ਪ੍ਰਤੀ ਵੀ ਜਿਹੜੀ ਰਾਏ ਦਿੰਦਾ ਸੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਜਿਹੜਾ ਹੁੰਦਾ ਸੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਚਿੱਠੀਆਂ ਨੂੰ ਪੜ੍ਹ ਕੇ ਮਹਾਰਾਜੇ ਨੂੰ ਸੁਣਾਉਂਦਾ ਹੁੰਦਾ ਸੀ ਅਤੇ ਫਿਰ ਉਸ ਦੇ ਬਦਲੇ ਉਸ ਦਾ ਰਿਪਲਾਈ ਕੀ ਹੁੰਦਾ ਹੈ ਮਹਾਰਾਜੇ ਦਾ, ਸੋ ਉਸ ਨੂੰ ਵੀ ਜਿਹੜਾ ਹੈ ਉਹ ਲਿਖ ਕੇ ਜਿਹੜਾ ਹੈ ਉਹਨਾਂ ਚਿੱਠੀਆਂ ਦੇ ਜਵਾਬ ਰਾਹੀਂ ਉਹਨਾਂ ਲੋਕਾਂ ਤੱਕ, ਉਹਨਾਂ ਵਿਅਕਤੀਆਂ ਤੱਕ ਪਹੁੰਚਾਉਂਦਾ ਸੀ ਵਿਦੇਸ਼ਾਂ ਦੇ ਵਿੱਚ। ਓਕੇ, ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਦੇਸ਼ ਮੰਤਰੀ ਦੇ ਅਹੁਦੇ ਦੇ ਉੱਪਰ ਫਕੀਰ ਅਜ਼ੀਜ਼ ਉਦੀਨ ਜਿਹੜਾ ਲੱਗਿਆ ਹੋਇਆ ਸੀਗਾ, ਇਹ ਉਸ ਸਮੇਂ ਜਿਹੜਾ ਹੈ ਵਿਦੇਸ਼ ਮੰਤਰੀ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਸੋ ਨੈਕਸਟ ਸੀਗੇ ਵਿੱਤ ਮੰਤਰੀ, ਫਾਈਨਾਂਸ ਮਿਨਿਸਟਰ ਜਿਹੜੇ ਸੀਗੇ। ਸੋ ਇਸ ਦਾ ਕੰਮ ਸੀਗਾ ਉਸ ਸਮੇਂ ਸਾਰਾ ਸਿਸਟਮ ਦੇਖਣਾ, ਠੀਕ ਹੈ, ਜੋ ਵਿੱਤ ਨੂੰ ਲੈ ਕੇ ਸੀਗਾ। ਵਿੱਤ ਮੰਤਰੀ ਨੂੰ ਉਸ ਸਮੇਂ ਦੀਵਾਨ ਕਿਹਾ ਜਾਂਦਾ ਸੀਗਾ। ਧਿਆਨ ਰੱਖਣਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਸਮੇਂ ਵਿੱਤ ਮੰਤਰੀ ਨੂੰ ਦੀਵਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਔਰ ਇਸ ਦਾ ਮੁੱਖ ਕੰਮ ਹੁੰਦਾ ਸੀ ਰਾਜ ਦੀ ਆਮਦਨ ਅਤੇ ਖਰਚਿਆਂ ਦਾ ਪੂਰਾ ਹਿਸਾਬ ਕਿਤਾਬ ਰੱਖਣਾ। ਕਿੰਨਾ ਖਰਚ ਹੋ ਰਿਹਾ ਹੈ, ਕਿੰਨੀ ਆਮਦਨ ਹੋ ਰਹੀ ਹੈ, ਕਿੱਥੇ ਕਿੰਨਾ ਆਪਾਂ ਖਰਚ ਕਰਨਾ ਹੈ। ਸੋ ਸਾਰਾ ਰਿਕਾਰਡ ਜਿਹੜਾ ਹੁੰਦਾ ਸੀ ਇਹ ਵਿੱਤ ਮੰਤਰੀ ਦੇ ਕੋਲੇ ਹੁੰਦਾ ਸੀ ਔਰ ਇਸ ਨੂੰ ਦੀਵਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੁਝ ਪ੍ਰਸਿੱਧ ਜਿਹੜੇ ਵਿੱਤ ਮੰਤਰੀ ਰਹੇ ਨੇ, ਇਹਨਾਂ ਦੇ ਵਿੱਚ ਦੀਵਾਨ ਭਵਾਨੀ ਦਾਸ ਸੀਗਾ, ਦੀਵਾਨ ਗੰਗਾ ਰਾਮ, ਦੀਵਾਨ ਦੀਨਾਨਾਥ। ਇਹ ਤਿੰਨੋਂ ਜਿਹੜੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜਾ ਦੀਵਾਨ ਦੇ ਅਹੁਦੇ ਉੱਪਰ ਜਾਂ ਵਿੱਤ ਮੰਤਰੀ ਦੇ ਅਹੁਦੇ ਦੇ ਉੱਪਰ ਬਿਰਾਜਮਾਨ ਰਹੇ ਸੀਗੇ। ਨੈਕਸਟ ਸੀਗਾ ਮੁੱਖ ਸੈਨਾਪਤੀ, ਕਮਾਂਡਰ ਇਨ ਚੀਫ ਜਿਹੜਾ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹ ਖੁਦ ਹੀ ਆਪਣੀ ਸੈਨਾ ਦਾ ਮੁਖੀ ਸੈਨਾਪਤੀ ਹੁੰਦਾ ਸੀ। ਲਾਈਕ ਜਿਵੇਂ ਅੱਜ ਸਾਡੇ ਹੈ ਨਾ ਭਾਰਤ ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈ ਉਹ ਸੈਨਾ ਦਾ ਮੁਖੀ ਹੈ, ਉਸੇ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਵੀ ਜਿਹੜਾ ਹੈ ਆਪਣੀ ਸੈਨਾ ਦਾ ਖੁਦ ਹੀ ਜਿਹੜਾ ਮੁੱਖ ਸੈਨਾਪਤੀ ਹੁੰਦਾ ਸੀ। ਪਰ ਉਸਨੇ ਇਹਨਾਂ ਮੁਹਿੰਮਾਂ ਨੂੰ, ਇਸ ਸੈਨਾ ਨੂੰ ਪ੍ਰੋਪਰ ਤਰੀਕੇ ਦੇ ਨਾਲ ਚਲਾਉਣ ਦੇ ਲਈ ਅਲੱਗ-ਅਲੱਗ ਸੈਨਾਪਤੀ ਨਿਯੁਕਤ ਕੀਤੇ ਹੋਏ ਸੀ ਤਾਂ ਕਿ ਸੈਨਾ ਦਾ ਪੂਰਾ ਪ੍ਰਬੰਧ ਜਿਹੜਾ ਸਹੀ ਤਰੀਕੇ ਨਾਲ ਕੀਤਾ ਜਾ ਸਕੇ। ਉਹਨਾਂ ਨੂੰ ਅਲੱਗ-ਅਲੱਗ ਕਮਾਂਡਾਂ ਜਿਹੜੀਆਂ ਉਹ ਸਮਾਈਆਂ ਜਾ ਸਕਣ ਤਾਂ ਕਿ ਇੱਕ ਅੱਛੇ ਤਰੀਕੇ ਦੇ ਨਾਲ ਜਿਹੜਾ ਯੁੱਧ ਵਰਗੀ ਹੈ ਨਾ ਨੀਤੀ ਉਸ ਨੂੰ ਜਿੱਤਿਆ ਜਾ ਸਕੇ। ਤਾਂ ਇਸ ਦੇ ਲਈ ਉਹਨਾਂ ਨੇ ਵੱਖ-ਵੱਖ ਕੰਮਾਂ ਨੂੰ ਆਧਾਰ ਬਣਾ ਕੇ ਸੈਨਾ ਦੀ ਅਗਵਾਈ ਕਰਨ ਦੇ ਲਈ, ਸੈਨਾ ਨੂੰ ਅਨੁਸ਼ਾਸਨ ਦੇ ਵਿੱਚ ਕਾਇਮ ਰੱਖਣ ਦੇ ਲਈ ਜਿਹੜਾ ਕਹਿ ਸਕਦੇ ਹੈਗੇ ਹੈਗੇ ਅਲੱਗ-ਅਲੱਗ ਜਿਹੜੇ ਕਹਿ ਸਕਦੇ ਹੈਗੇ ਹੈਗੇ ਸੈਨਾਪਤੀ ਨਿਯੁਕਤ ਕੀਤੇ ਹੋਏ ਸੀ। ਇਹਨਾਂ ਦੇ ਵਿੱਚ ਪ੍ਰਮੁੱਖ ਸੈਨਾਪਤੀ ਸੀ ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ, ਸਰਦਾਰ ਹਰੀ ਸਿੰਘ ਨਲਵਾ ਜੋ ਕਿ ਸਭ ਤੋਂ ਬਹਾਦਰ ਮੰਨਿਆ ਗਿਆ ਸੀ ਇਹਨਾਂ ਦੀ ਸੈਨਾ ਦੇ ਵਿੱਚੋਂ। ਓਕੇ, ਸੋ ਇਹ ਤਿੰਨ ਜਿਹੜੇ ਆ ਉਹ ਪ੍ਰਸਿੱਧ ਸੈਨਾਪਤੀ ਰਹੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸੈਨਾ ਦੇ ਵਿੱਚ। ਨੈਕਸਟ ਹੈ ਡਿਊਟੀਵਾਲ। ਸੋ ਡਿਊਟੀਵਾਲ ਦਾ ਕੰਮ ਹੁੰਦਾ ਸੀਗਾ ਕਿ ਸ਼ਾਹੀ ਰਾਜ ਘਰਾਣੇ ਜਾਂ ਰਾਜ ਦਰਬਾਰ ਦੀ ਦੇਖਭਾਲ ਕਰਨਾ। ਸੋ ਸਾਰਾ ਪ੍ਰਬੰਧ ਜਿਹੜਾ ਕਰਨ ਦੀ ਜ਼ਿੰਮੇਵਾਰੀ ਹੁੰਦੀ ਸੀ ਉਹ ਡਿਊਟੀਵਾਲ ਦੀ ਹੁੰਦੀ ਸੀ। ਉਸਨੇ ਦੇਖਣਾ ਹੁੰਦਾ ਸੀ ਕਿ ਰਾਜ ਦੇ ਵਿੱਚ ਸਭ ਕੁਝ ਜਿਹੜਾ ਸਹੀ ਚੱਲ ਰਿਹਾ ਹੈ। ਸ਼ਾਹੀ ਰਾਜ ਘਰਾਣੇ ਦੀ ਜਿਹੜੀ ਦੇਖ ਰੇਖ ਕਰਨੀ, ਸਾਫ਼ ਸਫਾਈ ਜਾਂ ਉਸਦੀ ਹੈ ਨਾ ਸਾਂਭ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਸੀ ਜਿਹੜੀ ਉਹ ਡਿਊਟੀਵਾਲ ਦੀ ਸੀ। ਔਰ ਇਸ ਦੀ ਆਗਿਆ ਤੋਂ ਬਿਨਾਂ ਕੋਈ ਵੀ ਵਿਅਕਤੀ ਜਿਹੜਾ ਸੀ ਉਹ ਮਹਿਲ ਦੇ ਅੰਦਰ ਨਹੀਂ ਜਾ ਸਕਦਾ ਸੀ। ਸਭ ਤੋਂ ਪਹਿਲਾਂ ਉਸ ਨੂੰ ਡਿਊਟੀਵਾਲ ਦੀ ਜਿਹੜੀ ਉਹ ਪਰਮਿਸ਼ਨ ਲੈਣੀ ਪੈਂਦੀ ਸੀ, ਫਿਰ ਹੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਸਕਦਾ ਸੀ। ਤਾਂ ਡਿਊਟੀਵਾਲ ਦੇ ਅਹੁਦੇ ਦੇ ਉੱਪਰ ਕਾਫੀ ਸਮੇਂ ਤੱਕ ਜਿਹੜਾ ਜਮਾਂਦਾਰ ਖੁਸ਼ਹਾਲ ਸਿੰਘ ਰਿਹਾ ਸੀ ਔਰ ਉਸ ਤੋਂ ਬਾਅਦ ਧਿਆਨ ਸਿੰਘ ਵੀ ਜਿਹੜਾ ਹੈ ਉਹ ਡਿਊਟੀਵਾਲ ਦੇ ਅਹੁਦੇ ਦੇ ਉੱਪਰ ਬਿਰਾਜਮਾਨ ਰਿਹਾ ਸੀ, ਬਟ ਜ਼ਿਆਦਾ ਸਮਾਂ ਜਿਹੜਾ ਉਹ ਜਮਾਂਦਾਰ ਖੁਸ਼ਹਾਲ ਸਿੰਘ ਰਿਹਾ ਸੀਗਾ। ਓਕੇ, ਨੈਕਸਟ ਹੈ ਕੇਂਦਰੀ ਵਿਭਾਗ ਜਾਂ ਦਫ਼ਤਰ। ਸੋ ਕੁਛ ਵਿਭਾਗ ਜਾਂ ਦਫ਼ਤਰ ਵੀ ਜਿਹੜੇ ਡਿਵਾਈਡ ਬਣਾਏ ਗਏ ਸੀਗੇ ਜਿਨ੍ਹਾਂ ਦੇ ਅਧੀਨ ਪੂਰਾ ਸਿਸਟਮ ਜਿਹੜਾ ਚੱਲਦਾ ਸੀਗਾ। ਸੋ ਇਹਦੇ ਵਿੱਚ ਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਬੰਧਕੀ ਸਹੂਲਤਾਂ ਦੇ ਲਈ ਕੇਂਦਰੀ ਸ਼ਾਸਨ ਪ੍ਰਬੰਧ ਦੇ ਲਈ ਕਈ ਭਾਗਾਂ ਦੇ ਵਿੱਚ ਉਸ ਨੂੰ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਕਿ ਦਫ਼ਤਰ ਕਿਹਾ ਜਾਂਦਾ ਸੀਗਾ। ਕੇਂਦਰੀ ਸ਼ਾਸਨ ਪ੍ਰਣਾਲੀ ਨੂੰ ਧਿਆਨ ਰੱਖਣਾ, ਕੇਂਦਰੀ ਸ਼ਾਸਨ ਪ੍ਰਣਾਲੀ ਨੂੰ ਚਲਾਉਣ ਦੇ ਲਈ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਜਿਸ ਨੂੰ ਦਫ਼ਤਰ ਕਿਹਾ ਜਾਂਦਾ ਸੀ। ਸੀਤਾਰਾਮ ਕੋਹਲੀ ਦੇ ਅਨੁਸਾਰ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 7 ਦਫ਼ਤਰ ਜਿਹੜੇ ਆ ਉਹ ਸਟੈਬਲਿਸ਼ ਸੀਗੇ। ਕਿਹੜੇ ਦਫ਼ਤਰ ਸੀਗੇ? ਸੋ ਪਹਿਲਾ ਹੈ ਦਫ਼ਤਰ-ਏ-ਅਬਾਬ ਉਲ ਮਾਲ। ਸੋ ਇਸ ਦਾ ਕੰਮ ਕੀ ਹੁੰਦਾ ਸੀਗਾ ਕਿ ਰਾਜ ਦੀਆਂ ਵੱਖ-ਵੱਖ ਸੂਬਿਆਂ ਤੋਂ ਹੋਣ ਵਾਲੀਆਂ ਆਮਦਨ ਦਾ ਜਿਹੜਾ ਲੇਖਾ ਜੋਖਾ ਰੱਖਣ ਦੀ ਜ਼ਿੰਮੇਵਾਰੀ ਸੀ ਉਹ ਇਸ ਦਫ਼ਤਰ ਦੀ ਸੀ ਕਿ ਕਿੰਨੀ ਆਮਦਨ ਹੋ ਰਹੀ ਹੈ ਉਹਦਾ ਸਾਰਾ ਜੋੜ ਘਟਾਓ ਜਿਹੜਾ ਕਰਕੇ ਹੈ ਨਾ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਉਹ ਦਫ਼ਤਰ-ਏ-ਅਬਾਬ ਉਲ ਮਾਲ ਦੀ ਸੀਗੀ। ਦੂਸਰਾ ਦਫ਼ਤਰ ਸੀ ਇਹਨਾਂ ਦੇ ਵਿੱਚ ਦਫ਼ਤਰ-ਏ-ਮਾਲ। ਸੋ ਇਸ ਦੇ ਵਿੱਚ ਵੱਖ-ਵੱਖ ਪਰਾਗਨਿਆਂ ਦੇ ਵਿੱਚ ਅਤੇ ਤਾਲੁਕਿਆਂ ਦੇ ਵਿੱਚ ਕੀਤੇ ਗਏ ਭੂਮੀ ਲਗਾਨ ਦਾ ਹਿਸਾਬ ਜਿਹੜਾ ਰੱਖਿਆ ਜਾਂਦਾ ਸੀ। ਠੀਕ ਹੈ, ਮਾਲ ਦੇ ਵਿੱਚ ਸੀ, ਮਾਲ ਦਾ ਮਤਲਬ ਕਿ ਜੋ ਲਗਾਨ ਪਿੰਡਾਂ ਦੇ ਵਿੱਚੋਂ, ਪਰਾਗਨਿਆਂ ਦੇ ਵਿੱਚੋਂ ਜਾਂ ਤਾਲੁਕਿਆਂ ਦੇ ਵਿੱਚੋਂ ਇਕੱਠਾ ਕੀਤਾ ਜਾਂਦਾ ਸੀ ਉਹਦੇ ਸਾਰੇ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਸੀ ਦਫ਼ਤਰ-ਏ-ਮਾਲ ਦੀ। ਨੈਕਸਟ ਹੈ ਤੀਸਰਾ ਦਫ਼ਤਰ ਇਹਨਾਂ ਦੇ ਵਿੱਚ ਦਫ਼ਤਰ-ਏ-ਵਜ਼ਾਹਤ। ਸੋ ਦਫ਼ਤਰ-ਏ-ਵਜ਼ਾਹਤ ਦੇ ਅਧੀਨ ਆਉਂਦਾ ਸੀ ਕਿ ਅਦਾਲਤਾਂ ਦੀ ਫੀਸ ਅਤੇ ਅਫੀਮ, ਭੰਗ ਅਤੇ ਹੋਰ ਨਸ਼ੀਲੀਆਂ ਵਸਤੂਆਂ 'ਤੇ ਲੱਗੇ ਆਬਕਾਰੀ ਕਰਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਹਿਸਾਬ ਕਿਤਾਬ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਦਫ਼ਤਰ-ਏ-ਵਜ਼ਾਹਤ ਦੀ ਸੀਗੀ। ਚੌਥਾ ਦਫ਼ਤਰ ਸੀਗਾ ਦਫ਼ਤਰ-ਏ-ਤਜ਼ਾਹਤ। ਸੋ ਇਸ ਦੇ ਅਧੀਨ ਸੀਗਾ ਕਿ ਇਹ ਦਫ਼ਤਰ ਸ਼ਾਹੀ ਘਰਾਣੇ ਦੇ ਜਿਹੜਾ ਹਿਸਾਬ ਕਿਤਾਬ ਸੀਗਾ ਉਸ ਨੂੰ
ਸੰਭਾਲਦਾ ਸੀ ਕਿ ਕਿੰਨਾ ਖਰਚ ਦਫ਼ਤਰ ਦਾ ਹੈ, ਠੀਕ ਹੈ, ਕਿੰਨਾ ਕਿੱਥੇ ਕਰਨਾ ਹੈ, ਕਿਹੜੇ ਕੰਮ ਦੇ ਉੱਪਰ ਕਿੰਨੇ ਲਗਾਏ ਜਾਣੇ, ਕਿੰਨੀ ਆਮਦਨ ਹੋ ਰਹੀ ਹੈ। ਸੋ ਇਹ ਸਾਰਾ ਕੁਛ ਜਿਹੜਾ ਸੀਗਾ ਇਸ ਦਫ਼ਤਰੇ ਤਵਜ਼ਾਹ ਦੇ ਅਧੀਨ ਆਉਂਦਾ ਸੀ। ਪੰਜਵਾਂ ਦਫ਼ਤਰ ਸੀ ਦਫ਼ਤਰੇ ਮਵਾਜ਼ਿਬ। ਸੋ ਇਸ ਦਫ਼ਤਰ ਦੇ ਅਧੀਨ ਸੈਨਿਕ ਅਤੇ ਸਿਵਲ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀਆਂ ਤਨਖਾਹਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ ਕਿ ਕਿੰਨੇ ਸੈਨਿਕ ਨੇ ਔਰ ਉਹਨਾਂ ਨੂੰ ਕਿੰਨੀ ਤਨਖਾਹ ਦੇਣੀ ਹੈ, ਕਿੰਨੀ ਕਿਸ ਨੂੰ ਦਿੱਤੀ ਗਈ ਹੈ। ਇਸ ਸਾਰੇ ਦਾ ਜਿਹੜਾ ਹਿਸਾਬ ਕਿਤਾਬ ਹੁੰਦਾ ਸੀ ਇਹ ਦਫ਼ਤਰੇ ਮਵਾਜ਼ਿਬ ਦੇ ਅਧੀਨ ਹੁੰਦਾ ਸੀਗਾ। ਛੇਵੇਂ ਦਫ਼ਤਰ ਸੀ ਇਹਨਾਂ ਦਾ ਦਫ਼ਤਰ ਇਹ ਰੋਜ਼ਾਨਾ ਮੰਚ ਇਹ ਇਕਰਾਰ ਜਾਤਾ। ਸੋ ਰੋਜ਼ਾਨਾ ਮੰਚ ਆਉਂਦਾ ਹੈ। ਸੋ ਇਸ ਦੇ ਅਧੀਨ ਸੀਗਾ ਕਿ ਦਫ਼ਤਰ ਦੇ ਰੋਜ਼ਾਨਾ ਦੇ ਜਿਹੜੇ ਖਰਚੇ ਸੀ ਉਹਦਾ ਵੇਰਵਾ ਰੱਖਿਆ ਜਾਂਦਾ ਸੀ ਨਾ, ਜੋ ਡੇਲੀ ਖਰਚ ਹੁੰਦਾ ਸੀ ਉਹਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ ਕਿ ਡੇਲੀ ਕਿੰਨਾ ਖਰਚ ਹੋ ਰਿਹਾ ਹੈ ਦਫ਼ਤਰ ਦੇ ਵਿੱਚ, ਮਹਿਲ ਦੇ ਵਿੱਚ, ਠੀਕ ਹੈ। ਨੈਕਸਟ ਹੈ ਸੱਤਵਾਂ। ਸੋ ਇਸ ਦੇ ਵਿੱਚ ਦਫ਼ਤਰੇ ਤੋਸ਼ਖਾਨਾ, ਸੋ ਇਸ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਦੇ ਅਧੀਨ ਜਿਹੜੀਆਂ ਬਹੁਮੱਲੀਆਂ ਵਸਤੂਆਂ ਸੀਗੀਆਂ ਉਸ ਦਾ ਖਿਆਲ ਰੱਖਿਆ ਜਾਂਦਾ ਸੀ, ਧਿਆਨ ਰੱਖਿਆ ਜਾਂਦਾ ਸੀ ਔਰ ਇਹ ਸਾਰੀਆਂ ਮਹਿਲ ਦੇ ਵਿੱਚ ਸੀਗੀਆਂ ਜਿਹੜੀਆਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਸੀ। ਧਿਆਨ ਰੱਖਣਾ, ਮਹਿਲ ਦੇ ਵਿੱਚ ਜਿਹੜੀਆਂ ਬਹੁਮੱਲੀ ਚੀਜ਼ਾਂ ਸੀ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਸੀ। ਇਹਨਾਂ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ, ਇੱਕ ਸੀਗਾ ਤੋਸ਼ਖਾਨਾ ਖਾਸ ਔਰ ਇੱਕ ਸੀਗਾ ਤੋਸ਼ਖਾਨਾ ਬਹਿਲਾ। ਤੋਸ਼ਖਾਨਾ ਖਾਸ ਦੇ ਵਿੱਚ ਜਿਵੇਂ ਸੋਨਾ, ਚਾਂਦੀ, ਹੀਰੇ, ਮੋਤੀ ਅਤੇ ਸੰਧੀ ਪੱਤਰ ਇਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀਗਾ, ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਸੀਗੀ। ਦੂਸਰਾ ਸੀਗਾ ਤੋਸ਼ਖਾਨਾ ਬਹਿਲ, ਇਸ ਦੇ ਵਿੱਚ ਆਮ ਵਰਤੋਂ ਦੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ, ਉਹਨਾਂ ਦੀ ਕੇਅਰ ਕੀਤੀ ਜਾਂਦੀ ਸੀਗੀ, ਉਹਨਾਂ ਦਾ ਰਿਕਾਰਡ ਵੀ ਜਿਹੜਾ ਇਸ ਕੋਲ ਰੱਖਿਆ ਜਾਂਦਾ ਸੀਗਾ। ਓਕੇ, ਨੈਕਸਟ ਹੈ ਪ੍ਰਾਂਤਿਕ ਪ੍ਰਬੰਧ। ਸੋ ਪ੍ਰੋਵਿਜ਼ਨਲ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਉਹ ਕਿਹੋ ਜਿਹਾ ਸੀਗਾ ਇਹਨਾਂ ਦਾ। ਤਾਂ ਸ਼ਾਸਨ ਪ੍ਰਬੰਧ ਨੂੰ ਵਧੀਆ ਤਰੀਕੇ ਦੇ ਨਾਲ ਚਲਾਉਣ ਲਈ ਜ਼ਰੂਰੀ ਹੈ ਕਿ ਜਿਹੜਾ ਪ੍ਰਾਂਤਿਕ ਸਿਸਟਮ ਹੋਣਾ ਚਾਹੀਦਾ ਹੈ ਨਾ ਹਰ ਇੱਕ ਰਾਜ ਦੀ ਡਿਵੈਲਪਮੈਂਟ ਦੇ ਲਈ, ਤਾਂ ਹੀ ਅਸੀਂ ਉਸ ਨੂੰ ਹੈ ਨਾ ਪੂਰਨ ਤੌਰ ਦੇ ਉੱਪਰ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਆਪਣੇ ਰਾਜ ਨੂੰ ਜਿਹੜਾ ਹੈ 4 ਪ੍ਰਾਂਤਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਸੀ। ਸੋ 4 ਪ੍ਰਾਂਤਾਂ ਸੀਗੀਆਂ। ਪਹਿਲਾ ਇਹ ਸੂਬਾ ਏ ਲਾਹੌਰ, ਦੂਸਰਾ ਸੀਗਾ ਸੂਬਾ ਏ ਮੁਲਤਾਨ, ਅਤੇ ਤੀਸਰਾ ਸੀਗਾ ਸੂਬਾ ਏ ਕਸ਼ਮੀਰ ਅਤੇ ਚੌਥਾ ਸੀਗਾ ਸੂਬਾ ਏ ਪੇਸ਼ਾਵਰ। ਸੋ ਇਹ 4 ਜਿਹੜੇ ਕਹਿ ਸਕਦੇ ਹੈਗੇ ਪ੍ਰਾਂਤਿਕ ਪ੍ਰਬੰਧ ਸੀ। ਕਈ ਵਾਰ ਕੁਐਸਚਨ ਆ ਜਾਂਦੇ ਕਿੰਨੇ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ, 4 ਦੇ ਵਿੱਚ ਵੰਡਿਆ ਹੋਇਆ ਸੀ। ਕਈ ਵਾਰ ਪੁੱਛ ਲੈਂਦੇ ਕਿ ਕਿਹੜੀ ਪ੍ਰਾਂਤ ਸੀ, ਸੂਬਾ ਏ ਕੋਈ ਵੀ ਐਡ ਕੀਤਾ ਜਾ ਸਕਦਾ। ਤਾਂ ਇਹ ਚਾਰੋਂ ਜਿਹੜੀਆਂ ਸੂਬੇ ਵਿੱਚ ਵੰਡਿਆ ਗਿਆ ਸੀਗਾ ਪੂਰਾ ਦਾ ਪ੍ਰਾਂਤ, ਜਾਣੀ ਕਿ ਜਿਹੜਾ ਹੈ ਨਾ ਸਮਰਾਜ ਸੀ ਉਸਦਾ। ਸੋ ਇਸ ਤੋਂ ਅੱਗੇ ਆਉਂਦਾ ਹੈ ਕੁਛ ਕਰਮਚਾਰੀ ਜਿਹੜੇ ਪ੍ਰਾਂਤਿਕ ਰੂਪ ਦੇ ਵਿੱਚ ਕੰਮ ਕਰਦੇ ਸੀ। ਸੋ ਪਹਿਲਾ ਸੀ ਨਾਜ਼ਮ, ਜਿਹਨੂੰ ਗਵਰਨਰ ਕਿਹਾ ਜਾਂਦਾ ਸੀ ਉਸ ਸਮੇਂ ਦੇ ਵਿੱਚ। ਧਿਆਨ ਰੱਖਣਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗਵਰਨਰ ਨੂੰ ਨਾਜ਼ਮ ਕਿਹਾ ਜਾਂਦਾ ਸੀ। ਨਾਜ਼ਮ ਕੀ ਹੁੰਦਾ ਸੀ ਕਿ ਸੂਬੇ ਦਾ ਪੂਰਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਾਜ਼ਮ ਦੀ ਹੁੰਦੀ ਸੀ, ਜੋ ਕਿ ਗਵਰਨਰ ਦੀ ਜਿਹੜੀ ਭੂਮਿਕਾ ਨਿਭਾਉਂਦਾ ਸੀ, ਮੀਨਸ ਗਵਰਨਰ ਹੀ ਹੁੰਦਾ ਸੀਗਾ। ਓਕੇ, ਔਰ ਨਾਜ਼ਮ ਦਾ ਮੁੱਖ ਕੰਮ ਕੀ ਹੁੰਦਾ ਸੀਗਾ ਕਿ ਆਪਣੇ ਪ੍ਰਾਂਤ ਦੇ ਵਿੱਚ 4 ਪ੍ਰਾਂਤਾਂ ਸੀ ਅਤੇ 4 ਪ੍ਰਾਂਤਾਂ ਦੇ ਵਿੱਚ 4 ਨਾਜ਼ਮ ਹੋਣੇ ਚਾਹੀਦੇ ਸੀ, ਠੀਕ ਹੈ। ਤਾਂ ਆਪਣੇ ਪ੍ਰਾਂਤ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਉਹ ਨਾਜ਼ਮ ਜਾਂ ਗਵਰਨਰ ਦੀ ਹੁੰਦੀ ਸੀ। ਔਰ ਨਾਜ਼ਮ ਕੋਲੇ ਬਹੁਤ ਸਾਰੇ ਜਿਹੜੇ ਅਧਿਕਾਰ ਹੁੰਦੇ ਸੀਗੇ ਔਰ ਉਹਨਾਂ ਦੀ ਵਰਤੋਂ ਕਰਕੇ ਉਹ ਬਹੁਤ ਸਾਰੇ ਜਿਹੜੇ ਕਹਿ ਸਕਦੇ ਹਨ ਮਹੱਤਵਪੂਰਨ ਫੈਸਲੇ ਜਿਹੜਾ ਉਹ ਲੈ ਸਕਦਾ ਸੀਗਾ ਮਹਾਰਾਜੇ ਤੋਂ। ਜਾਣੀ ਕਿ ਕੋਈ ਵੀ ਜੇਕਰ ਕੋਈ ਖਾਸ ਉਹਨੇ ਫੈਸਲਾ ਲੈਣਾ ਸੀ ਤਾਂ ਉਸ ਪ੍ਰਤੀ ਉਹਨੂੰ ਮਹਾਰਾਜੇ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ। ਬਟ ਰਾਜ ਦੇ ਵਿੱਚ ਸ਼ਾਂਤੀ ਬਣਾਉਣ ਦੇ ਲਈ ਉਹ ਕੋਈ ਵੀ ਜਿਹੜੀ ਐਕਟੀਵਿਟੀ ਸੁਤੰਤਰ ਰੂਪ ਦੇ ਵਿੱਚ ਲੈ ਸਕਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੁਝ ਪ੍ਰਸਿੱਧ ਨਾਜ਼ਮ ਜੋ ਗਵਰਨਰ ਰਹੇ ਨੇ। ਸੋ ਪਹਿਲਾ ਸੀ ਸਰਦਾਰ ਲਹਿਣਾ ਸਿੰਘ ਮਜੀਠੀਆ, ਦੂਸਰੇ ਸੀਗੇ ਮਿਸਰ ਰੂਪਲਾਲ, ਤੀਸਰੇ ਸੀਗੇ ਦੀਵਾਨ ਸਾਬਨਮਲ ਅਤੇ ਚੌਥੇ ਸੀਗੇ ਕਰਨੈਲ ਮੀਆਂ ਸਿੰਘ ਅਤੇ ਪੰਜਵੇਂ ਸੀਗੇ ਅਵੀਤਾਵਿਲ। ਸੋ ਇਹ 5 ਗਵਰਨਰ ਸੀਗੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੀਆਂ 4 ਪ੍ਰਾਂਤਾਂ ਸੀ ਉਹਨਾਂ ਦੇ ਗਵਰਨਰ ਰਹੇ ਸੀ, ਨਾਜ਼ਮ ਰਹੇ ਸੀਗੇ। ਓਕੇ, ਨੈਕਸਟ ਹੈ ਸਥਾਨਕ ਪ੍ਰਬੰਧ। ਸੋ ਲੋਕਲ ਐਡਮਿਨਿਸਟ੍ਰੇਸ਼ਨ ਜਿਹੜਾ ਸੀ ਉਹ ਕਿਹੋ ਜਿਹਾ ਸੀ ਇਹਨਾਂ ਦਾ। ਸੋ ਇਹਨਾਂ ਨੂੰ ਲੋਕਲ ਦੇ ਵਿੱਚ ਗੱਲ ਕਰੀਏ ਤਾਂ ਪ੍ਰਾਗਣਿਆਂ ਦਾ ਸ਼ਾਸਨ ਪ੍ਰਬੰਧ ਸਭ ਤੋਂ ਪਹਿਲਾਂ ਹੁੰਦਾ ਹੈ। ਸੋ ਪ੍ਰਾਗਣੇ ਕੀ ਸੀਗੇ, ਹਰ ਸੂਬੇ ਜਾਂ ਪ੍ਰਾਂਤ ਨੂੰ ਹੈ ਅੱਗੇ ਪ੍ਰਾਗਣਿਆਂ ਦੇ ਵਿੱਚ ਵੰਡਿਆ ਜਾਂਦਾ ਸੀ। ਪ੍ਰਾਗਣੇ ਕੀ ਸੀ, ਇੱਕ ਜ਼ਿਲ੍ਹਿਆਂ ਦੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜ਼ਿਲ੍ਹੇ ਹੁੰਦੇ ਸੀਗੇ ਪ੍ਰਾਗਣੇ ਉੱਥੇ, ਠੀਕ ਹੈ। ਪਹਿਲਾਂ ਸੈਂਟਰ ਦੇ ਵਿੱਚ ਜਿਹੜਾ ਹੈ ਪ੍ਰਾਂਤ ਆ ਜਾਂਦਾ ਸੀ ਪੂਰਾ ਦਾ ਪੂਰਾ, ਠੀਕ ਹੈ, ਜਾਣੀ ਕਿ ਇੱਕ ਖੇਤਰ 4 ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਉਸ ਸਮੇਂ। ਉਸ ਤੋਂ ਅੱਗੇ ਪ੍ਰਾਂਤਾਂ ਦੇ 4 ਦੇ ਵਿੱਚੋਂ ਇਕੱਲੇ ਪ੍ਰਾਂਤ ਨੂੰ ਇੱਕ ਨੂੰ ਜਾਣੀ ਕਿ ਆਪਾਂ ਕਰੀਏ ਤਾਂ ਉਹ ਅੱਗੇ ਪ੍ਰਾਗਣਿਆਂ ਦੇ ਵਿੱਚ ਵੰਡਿਆ ਗਿਆ ਸੀਗਾ। ਤਾਂ ਉਸ ਪ੍ਰਾਗਣੇ ਨੂੰ ਜਿਹੜਾ ਕਹਿ ਸਕਦੇ ਹਾਂ ਪਿੰਡ ਕਿਹਾ ਜਾਂਦਾ ਸੀ, ਜ਼ਿਲ੍ਹਾ ਕਿਹਾ ਜਾਂਦਾ ਸੀ, ਠੀਕ ਹੈ। ਧਿਆਨ ਰੱਖਣਾ ਕਿ ਪ੍ਰਾਂਤ ਸ਼ੁਰੂ ਹੁੰਦੀ ਹੈ ਤਾਂ ਤੋਂ ਉੱਪਰੋਂ ਸੈਂਟਰ ਦੇ ਵਿੱਚ ਸੀਗਾ, ਫਿਰ ਇਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਅੱਗੇ ਵੰਡਿਆ ਜਾਂਦਾ ਸੀਗਾ ਪ੍ਰਾਗਣਿਆਂ ਦੇ ਵਿੱਚ, ਠੀਕ ਹੈ। ਪ੍ਰਾਗਣਿਆਂ ਦੇ ਵਿੱਚ ਪ੍ਰਾਗਣੇ ਕੀ ਸੀਗੇ, ਜ਼ਿਲ੍ਹੇ ਸੀਗੇ। ਓਕੇ, ਧਿਆਨ ਰੱਖਣਾ ਇਸ ਚੀਜ਼ ਦਾ।
ਸੋ ਪਰਾਗਣੇ ਦਾ ਜਿਹੜਾ ਮੁਖੀ ਹੁੰਦਾ ਸੀਗਾ ਉਸ ਨੂੰ ਕਾਰਦਰ ਕਿਹਾ ਜਾਂਦਾ ਸੀ ਅਤੇ ਕਾਰਦਰ ਜਿਹੜਾ ਸੀਗਾ ਉਸ ਸਮੇਂ ਜਿਵੇਂ ਸਾਡੇ ਕੋਲੇ ਅੱਜ ਜ਼ਿਲ੍ਹੇ ਦਾ ਮੁਖੀ ਜਿਹੜਾ ਹੈ ਨਾ ਉਹ ਡੀਸੀ ਜਾਂ ਡਿਪਟੀ ਕਮਿਸ਼ਨਰ ਹੁੰਦਾ ਹੈ, ਉਸੇ ਤਰੀਕੇ ਦੇ ਨਾਲ ਕਾਰਦਰ ਜਿਹੜਾ ਉਹ ਜ਼ਿਲ੍ਹੇ ਦਾ ਮੁੱਖ ਅਧਿਕਾਰੀ ਹੁੰਦਾ ਸੀ। ਇਸ ਦਾ ਮੁੱਖ ਕੰਮ ਕੀ ਹੁੰਦਾ ਸੀਗਾ? ਪਰਾਗਣਿਆਂ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ, ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਣਾ, ਦੀਵਾਨੀ ਅਤੇ ਫੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਕਰਨਾ ਜਾਂ ਸੁਣਨਾ, ਇਹ ਕੰਮ ਹੁੰਦਾ ਸੀਗਾ ਕਾਰਦਰ ਦਾ, ਜੋ ਕਿ ਪਰਾਗਣਿਆਂ ਦੇ ਲਈ ਹੁੰਦਾ ਸੀ। ਅੱਗੇ ਕਾਰਦਰ ਦੀ ਹੈਲਪ ਦੇ ਲਈ ਜਿਹੜਾ ਇਹਨਾਂ ਨੂੰ ਕੰਨਗੋ ਅਤੇ ਮੁਕੱਦਮ ਦੇ ਜਿਹੜੇ ਹਨ 2 ਅਧਿਕਾਰੀ ਉਹ ਪ੍ਰੋਵਾਈਡ ਕੀਤੇ ਗਏ ਸੀਗੇ, ਜੋ ਕਿ ਉਸ ਦੇ ਇਸ ਸਿਸਟਮ ਨੂੰ ਚਲਾਉਣ ਦੇ ਵਿੱਚ ਮਦਦ ਕਰਦੇ ਸੀ। ਠੀਕ ਹੈ, ਤਾਂ ਕੰਨਗੋ ਅਤੇ ਮੁਕੱਦਮ ਜਿਹੜੇ ਸੀ ਉਹ ਕਾਰਦਰ ਦੀ ਮਦਦ ਦੇ ਲਈ ਜਿਹੜਾ ਨਿਯੁਕਤ ਕੀਤੇ ਹੋਏ ਸੀਗੇ। ਨੈਕਸਟ ਹੈਗਾ ਪਿੰਡਾਂ ਦਾ ਪ੍ਰਬੰਧ। ਸੋ ਜ਼ਿਲ੍ਹਿਆਂ ਤੋਂ ਬਾਅਦ ਅੱਗੇ ਜਿਹੜੇ ਆ ਉਹ ਪਿੰਡ ਆ ਜਾਂਦੇ ਸੀਗੇ। ਸੋ ਜ਼ਿਲ੍ਹੇ ਤੋਂ ਬਾਅਦ ਜਿਹੜਾ ਪਿੰਡ ਆਉਂਦਾ ਸੀ, ਇਹ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੰਨੀ ਜਾਂਦੀ ਸੀਗੀ ਪਿੰਡ ਉਸ ਸਮੇਂ, ਮਹਾਰਾਜਾ ਰਣਜੀਤ ਸਿੰਘ ਸਮੇਂ, ਔਰ ਉਸ ਸਮੇਂ ਪਿੰਡ ਨੂੰ ਮੌਜਾ ਕਹਿੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਓਕੇ, ਔਰ ਇਸ ਦਾ ਪ੍ਰਬੰਧ ਜਿਹੜਾ ਉਹ ਪੰਚਾਇਤ ਦੇ ਹੱਥਾਂ ਦੇ ਵਿੱਚ ਹੁੰਦਾ ਸੀ। ਪੰਚਾਇਤ ਸਾਰਾ ਸਿਸਟਮ ਦੇਖਦੀ ਸੀਗੀ, ਪੰਚਾਇਤ ਹੀ ਸਭ ਕੁਛ ਜਿਹੜਾ ਹੈ ਨਾ ਰਿਕਾਰਡ ਰੱਖਦੀ ਸੀ। ਇਸ ਤੋਂ ਇਲਾਵਾ ਪੰਚਾਇਤ ਹੀ ਸੀਗੀ ਜਿਹੜੇ ਸਾਰੇ ਤਰ੍ਹਾਂ ਦੇ ਫੈਸਲੇ ਕਰਦੀ ਸੀ। ਜੇਕਰ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਤਾਂ ਉਹ ਪੰਚਾਇਤ ਦੇ ਦੁਆਰਾ ਹੀ ਹੱਲ ਕਰ ਲਿਆ ਜਾਂਦਾ ਸੀਗਾ। ਤਾਂ ਪਿੰਡਾਂ ਦੇ ਜਿਹੜੀ ਜ਼ਮੀਨ ਸੀ ਉਹਦਾ ਰਿਕਾਰਡ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਪਟਵਾਰੀ ਦੀ ਸੀਗੀ। ਸੋ ਸਾਰੀ ਜ਼ਮੀਨ ਦਾ ਰਿਕਾਰਡ ਰੱਖਣ ਦੀ ਜ਼ਿੰਮੇਵਾਰੀ ਪਟਵਾਰੀ ਦੀ ਸੀ। ਉਹ ਸਾਰੇ ਪਿੰਡ ਦੀ ਜਿੰਨੀ ਜ਼ਮੀਨ ਹੁੰਦੀ ਸੀ ਨਾ ਉਹਦਾ ਇਕੱਲੇ ਘਰ ਦਾ ਜਿਹੜਾ ਰਿਕਾਰਡ ਰੱਖਦਾ ਸੀ ਕਿ ਕਿਹੜੇ ਵਿਅਕਤੀ ਕੋਲੇ ਕਿੰਨੀ ਜ਼ਮੀਨ ਹੈਗੀ ਹੈਗੀ। ਦੂਸਰਾ ਅਧਿਕਾਰੀ ਸੀਗਾ ਪਿੰਡ ਦੇ ਵਿੱਚ ਚੌਧਰੀ, ਜਿਹੜਾ ਕਿ ਲਗਾਨ ਉਗਰਾਨ ਦੇ ਵਿੱਚ ਸਰਕਾਰ ਦੀ ਸਹਾਇਤਾ ਕਰਦਾ ਸੀ। ਮੀਨਜ਼ ਕਿ ਪਿੰਡਾਂ ਦੇ ਵਿੱਚੋਂ ਜਿਹੜੀ ਲਗਾਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਸੀ ਉਹ ਚੌਧਰੀ ਦੀ ਸੀਗੀ। ਤੀਸਰਾ ਅਧਿਕਾਰੀ ਸੀ ਮੁਕੱਦਮ, ਜਿਹਨੂੰ ਲੰਬੜਦਾਰ ਕਿਹਾ ਜਾਂਦਾ ਸੀ। ਇਹ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦਾ ਸੀ ਅਤੇ ਸਰਕਾਰ ਦੇ ਉਸ ਪ੍ਰਤੀ ਕੀ ਪ੍ਰਤੀ ਐਕਸ਼ਨ ਨੇਗੇ, ਰਿਐਕਸ਼ਨ ਨੇ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਸੀਗਾ। ਨੈਕਸਟ ਹੈ ਚੌਕੀਦਾਰ। ਸੋ ਇਹ ਵੀ ਪਿੰਡ ਦਾ ਹੀ ਅਧਿਕਾਰੀ ਸੀ। ਸੋ ਇਸ ਦਾ ਕੰਮ ਹੁੰਦਾ ਸੀਗਾ ਕਿ ਪਹਿਰੇਦਾਰੀ ਕਰਨਾ ਪਿੰਡ ਦੇ ਵਿੱਚ, ਹੈ ਨਾ, ਧਿਆਨ ਰੱਖਣਾ ਕਿ ਕੋਈ ਵਿਦੇਸ਼ੀ ਵਿਅਕਤੀ ਆ ਕੇ ਨਾ ਐਂਟਰ ਹੋ ਜਾਵੇ ਜਾਂ ਕੋਈ ਹਮਲਾਵਰ ਨਾ ਇਹਦੇ ਵਿੱਚ ਆ ਜਾਵੇ ਜਿਸ ਦੇ ਨਾਲ, ਹੈ ਨਾ, ਪਿੰਡ ਦੇ ਲੋਕਾਂ ਦਾ ਜਿਹੜਾ ਨੁਕਸਾਨ ਹੋ ਜਾਵੇ। ਸੋ ਇਹ ਚੌਕੀਦਾਰ ਦੀ ਜ਼ਿੰਮੇਵਾਰੀ ਹੁੰਦੀ ਸੀ। ਨੈਕਸਟ ਹੈ ਲਾਹੌਰ ਸ਼ਹਿਰ ਦਾ ਪ੍ਰਬੰਧ। ਤਾਂ ਲਾਹੌਰ ਸ਼ਹਿਰ ਜਿਹੜਾ ਉਹ ਕਾਫੀ ਪ੍ਰਮੁੱਖ ਸੀਗਾ ਉਸ ਸਮੇਂ, ਕਿਉਂਕਿ ਮੇਨ ਕੇਂਦਰ ਸੀਗਾ ਪੰਜਾਬ ਦਾ। ਸੋ ਇਸ ਕਾਰਨ ਕਰਕੇ ਉਸ ਨੂੰ ਅਲੱਗ ਤੋਂ ਹੀ ਜਿਹੜਾ ਹੈ ਨਾ ਡਿਵਾਈਡ ਕੀਤਾ ਗਿਆ ਹੈ। ਤਾਂ ਸਾਰੇ ਸ਼ਹਿਰ ਨੂੰ ਜਿਹੜਾ ਹੈ ਉਹ ਮਹੱਲਿਆਂ ਦੇ ਵਿੱਚ ਵੰਡਿਆ ਜਾਂਦਾ ਸੀ। ਲਾਹੌਰ ਸ਼ਹਿਰ ਨੂੰ ਧਿਆਨ ਰੱਖਣਾ ਕਿ ਉਸ ਨੂੰ ਉਸ ਸਮੇਂ ਮਹੱਲਿਆਂ ਦੇ ਵਿੱਚ ਵੰਡਿਆ ਜਾਂਦਾ ਸੀ ਅਤੇ ਹਰ ਮੁਹੱਲੇ ਦਾ ਮਹੱਲਾ ਜਿਹੜਾ ਸੀ ਉਹ ਇੱਕ ਮਹੱਲੇਦਾਰ ਦੇ ਅਧੀਨ ਹੁੰਦਾ ਸੀਗਾ। ਓਕੇ, ਮਹੱਲਾਦਾਰ ਸੀਗਾ ਜਿਹੜਾ ਉਹ ਆਪਣੇ ਮੁਹੱਲੇ ਦੇ ਵਿੱਚ ਸ਼ਾਂਤੀ ਅਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫਾਈ ਦਾ ਪ੍ਰਬੰਧ ਕਰਦਾ ਸੀ। ਕਿਸੇ ਤਰ੍ਹਾਂ ਦੀ ਕੋਈ ਗੰਦਗੀ ਜਿਹੜੀ ਹੈ ਨਾ ਪੈਣ ਨਹੀਂ ਦਿੰਦਾ ਸੀ। ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ਜਿਹੜਾ ਉਹ ਕੋਤਵਾਲ ਹੁੰਦਾ ਸੀਗਾ। ਠੀਕ ਹੈ, ਤਾਂ ਕੋਤਵਾਲ ਸੀਗਾ ਜਿਹੜਾ ਉਹ ਆਮ ਤੌਰ ਦੇ ਉੱਪਰ ਮੁਸਲਮਾਨ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ, ਕਿਸੇ ਹੋਰ ਵਿਅਕਤੀ ਨੂੰ ਨਹੀਂ ਕੀਤਾ ਜਾਂਦਾ ਸੀ। ਜ਼ਿਆਦਾਤਰ ਪ੍ਰੈਫਰੈਂਸ ਜਿਹੜੀ ਉਹ ਮੁਸਲਮਾਨ ਨੂੰ ਦਿੱਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਮਾਮ ਬਖਸ਼ ਜਿਹੜਾ ਸੀ ਉਹ ਕੋਤਵਾਲ ਰਿਹਾ ਸੀਗਾ ਲਾਹੌਰ ਸ਼ਹਿਰ ਦਾ। ਕੋਤਵਾਲ ਦੇ ਕੰਮ ਕੀ ਹੁੰਦੇ ਸੀ ਕਿ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਮੀਨਜ਼ ਜੋ ਆਦੇਸ਼ ਜਾਰੀ ਕੀਤੇ ਗਏ ਨੇ ਉਹਨੂੰ ਉਸੇ ਤਰੀਕੇ ਦੇ ਨਾਲ ਲਾਗੂ ਕਰਵਾਉਣਾ, ਸ਼ਹਿਰ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ, ਵਿਵਸਥਾ ਬਣਾ ਕੇ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖਭਾਲ ਕਰਨਾ ਕਿ ਉਹ ਸਹੀ ਤਰੀਕੇ ਨਾਲ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਹੈਗੇ, ਸ਼ਹਿਰਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਕਰਨਾ, ਸ਼ਹਿਰਾਂ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ ਕਿ ਕੌਣ ਕਿੱਧਰੋਂ ਆਇਆ ਹੈ ਅਤੇ ਕਿੰਨੇ ਸਮੇਂ ਤੱਕ ਰਹੇਗਾ, ਉਸ ਚੀਜ਼ ਦਾ ਧਿਆਨ ਰੱਖਣਾ, ਵਪਾਰ ਅਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨਾ ਕਿ ਕੋਈ ਗੜਬੜ ਤਾਂ ਨਹੀਂ ਹੈ, ਕੋਈ ਧੋਖਾਧੜੀ ਤਾਂ ਨਹੀਂ ਕੀਤੀ ਜਾ ਰਹੀ। ਇਹ ਸਾਰੀ ਜ਼ਿੰਮੇਵਾਰੀ ਹੁੰਦੀ ਸੀਗੀ ਕੋਤਵਾਲ ਦੀ, ਜੋ ਕਿ ਲਾਹੌਰ ਸ਼ਹਿਰ ਦੇ ਵਿੱਚ ਮੁੱਖ ਅਧਿਕਾਰੀ ਹੁੰਦਾ ਸੀ। ਓਕੇ, ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਦੇ ਵਿੱਤੀ ਪ੍ਰਬੰਧ, ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ। ਤਾਂ 1808 ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਪ੍ਰਬੰਧ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਨਹੀਂ ਸੀ। ਬਟ 1808 ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਵਿੱਤੀ ਸਿਸਟਮ ਨੂੰ ਸੁਧਾਰ ਕਰਨ ਦੇ ਲਈ, ਆਰਥਿਕ ਤੌਰ ਦੇ ਉੱਪਰ ਮਜ਼ਬੂਤ ਹੋਣ ਦੇ ਲਈ ਇੱਕ ਵਿੱਤੀ ਪ੍ਰਬੰਧ ਜਿਹੜਾ ਸ਼ੁਰੂ ਕੀਤਾ ਸੀਗਾ ਔਰ ਉਸ ਦੇ ਵਿੱਚ ਸੁਧਾਰ ਕੀਤੇ। ਉਸ ਦੇ ਲਈ ਕੁਝ ਮੰਤਰੀ ਜਿਹੜੇ ਨਿਯੁਕਤ ਕੀਤੇ ਗਏ ਤਾਂ ਕਿ ਸਹੀ ਤਰੀਕੇ ਦੇ ਨਾਲ ਨਾ ਪੂਰਾ ਮੈਨੇਜਮੈਂਟ ਜਿਹੜੀ ਹੈ ਉਹ ਕੀਤੀ ਜਾ ਸਕੇ। ਤਾਂ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਭਵਾਨੀ ਦਾਸ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ ਸੀ ਔਰ ਇਸ ਵਿਅਕਤੀ ਨੇ ਕਾਫੀ ਕਹਿ ਸਕਦੇ ਹਾਂ ਗਰੋਥ ਕੀਤੀ ਸੀਗੀ ਉਸ ਸਮੇਂ। ਆਰਥਿਕ ਤੌਰ ਦੇ ਉੱਪਰ ਮਜ਼ਬੂਤ ਕਰਨ ਦੇ ਲਈ, ਆਰਥਿਕ ਰੂਪ ਦੇ ਵਿੱਚ ਸੁਧਾਰ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਮਦਦ ਕਰ ਰਿਹਾ ਸੀਗਾ ਇਹ ਵਿਅਕਤੀ, ਜਿਸ ਦੀ ਬਦੌਲਤ ਜਿਹੜਾ ਕਹਿ ਸਕਦੇ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਆ ਗਿਆ ਸੀਗਾ। ਓਕੇ, ਤਾਂ ਇੱਥੇ ਕੁਛ ਜਿਹੜੇ ਕਹਿ ਸਕਦੇ ਹਾਂ ਦਫ਼ਤਰ ਜਿਹੜੇ ਬਣਾਏ ਗਏ ਸੀ ਜਿਹਦੇ ਅਧੀਨ ਹੈ ਨਾ ਵਿੱਤ ਉਦਯੋਗ ਜਿਹੜਾ ਕੰਮ ਕਰਦਾ ਸੀਗਾ। ਸੋ ਇਹਦੇ ਲਈ ਸੀਗਾ ਦਫ਼ਤਰ ਏ ਅਬਾਬ ਉਲ ਮਾਲ। ਸੋ ਪਹਿਲਾਂ ਕਰ ਚੁੱਕੇ ਆਪਾਂ ਗੱਲ ਇਸ ਬਾਰੇ। ਇਸ ਤੋਂ ਬਾਅਦ ਦਫ਼ਤਰ ਏ ਅਬਾਬ ਉਲ ਤਹਿਵੀਲ, ਦਫ਼ਤਰ ਏ ਤਜ਼ਾਹਤ,
ਦਫ਼ਤਰ ਏ ਰੋਜ਼ਾਨਾ ਮੰਚ ਏ ਖਾਜਾਤ, ਇਹ ਸਾਰੇ ਦਫ਼ਤਰ ਜਿਹੜੇ ਸਥਾਪਿਤ ਕੀਤੇ ਗਏ ਸੀਗੇ ਦੀਵਾਨ ਭਵਾਨੀ ਦਾਸ ਦੇ ਦੁਆਰਾ, ਤਾਂ ਕਿ ਜਿਹੜੀ ਵਿੱਤੀ ਸਿਸਟਮ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਚਲਾਇਆ ਜਾ ਸਕੇ। ਜੋ ਖਰਚ ਹੈ, ਜੋ ਆਮਦਨ ਹੈ, ਉਹਦਾ ਵੇਰਵਾ ਰੱਖਿਆ ਜਾ ਸਕੇ, ਕਿੰਨਾ ਖਰਚ ਹੋ ਰਿਹਾ ਹੈ ਔਰ ਕਿੰਨੀ ਆਮਦਨ ਹੋ ਰਹੀ ਹੈ, ਕਿੰਨਾ ਸਾਨੂੰ ਹੋਰ ਇਨਕਰੀਜ਼ ਕਰਨਾ ਚਾਹੀਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਤੋਂ ਹੀ ਜਿਹੜੀਆਂ ਨਿਰਧਾਰਿਤ ਹੁੰਦੀਆਂ ਸੀ। ਓਕੇ, ਸੋ ਨੈਕਸਟ ਹੈ ਲਗਾਨ ਪ੍ਰਬੰਧ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਸਭ ਤੋਂ ਪ੍ਰਮੁੱਖ ਜਿਹੜਾ ਸਾਧਨ ਸੀ ਉਹ ਭੂਮੀ ਲਗਾਨ ਸੀ, ਯਾਨੀ ਕਿ ਭੂਮੀ ਦੇ ਰੂਪ ਦੇ ਵਿੱਚ ਭੂਮੀ ਦਾ ਜਿਹੜਾ ਲਗਾਨ ਹੁੰਦਾ ਸੀ ਨਾ ਉਸ ਤੋਂ ਪ੍ਰਾਪਤ ਹੁੰਦਾ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 3 ਕਰੋੜ ਰੁਪਏ ਦੀ ਆਮਦਨ ਦੇ ਵਿੱਚੋਂ 2 ਕਰੋੜ ਰੁਪਏ ਦੀ ਜਿਹੜਾ ਕਹਿ ਸਕਦੇ ਹੈਗੇ ਆਮਦਨ ਉਹ ਸਿਰਫ ਭੂਮੀ ਲਗਾਨ ਤੋਂ ਹੁੰਦੀ ਸੀ, ਯਾਨੀ ਕਿ 75% ਆਪਾਂ ਕਹਿ ਸਕਦੇ ਹਾਂ, ਜਾਂ 1/3 ਹਿੱਸਾ ਜਿਹੜਾ ਹੈ ਨਾ ਕਹਿ ਸਕਦੇ 2/3 ਹਿੱਸਾ ਜਿਹੜਾ ਕਹਿ ਸਕਦੇ ਹੈਗੇ ਆਂਗੇ ਉਹ ਲਗਾਨ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ ਲਗਾਨ ਇਕੱਠਾ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਪ੍ਰਣਾਲੀਆਂ ਪ੍ਰਚਲਿਤ ਕੀਤੀਆਂ ਹੋਈਆਂ ਸੀ ਉਸ ਸਮੇਂ ਦੇ ਵਿੱਚ, ਜਿਹਦੇ ਅਧੀਨ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਅਧਿਕਾਰੀਆਂ ਕੋਲੋਂ ਵੱਖ-ਵੱਖ ਕਿੱਤਿਆਂ ਦੇ ਵਿੱਚੋਂ ਜਿਹੜਾ ਲਗਾਨ ਹੈ ਉਹ ਇਕੱਠਾ ਕੀਤਾ ਜਾਂਦਾ ਸੀਗਾ। ਸੋ ਕਿਹੜੇ-ਕਿਹੜੇ ਸੀਗੇ? ਸੋ ਪਹਿਲਾ ਹੈ ਬਟਾਈ ਪ੍ਰਣਾਲੀ। ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਆਉਂਦੇ ਹੁੰਦੇ ਨੇ ਕੁਐਸਚਨ ਇਹਨਾਂ ਦੇ ਵਿੱਚੋਂ ਨਾ। ਬਟਾਈ ਪ੍ਰਣਾਲੀ ਕਿਸ ਸਮੇਂ ਪ੍ਰਚਲਿਤ ਸੀ, ਕਿਸ ਨੇ ਪ੍ਰਚਲਿਤ ਕੀਤੀ ਜਾਂ ਨਹੀਂ ਕੀਤੀ, ਕਿਸ ਨੇ ਹਟਾ ਦਿੱਤੀ, ਇਹ ਚੀਜ਼ਾਂ ਧਿਆਨ 'ਚ ਰੱਖਣਾ। ਤਾਂ ਬਟਾਈ ਪ੍ਰਣਾਲੀ ਦਾ ਅਰਥ ਵੀ ਪੁੱਛ ਲਿਆ ਜਾਂਦਾ ਹੈ ਕਿ ਕੀ ਹੈ, ਕਿਸੇ ਵੀ ਪ੍ਰਣਾਲੀ ਦੇ ਬਾਰੇ ਕਿ ਕੀ ਸਿਸਟਮ ਸੀ ਇਸ ਦੇ ਅਧੀਨ। ਠੀਕ ਹੈ, ਤਾਂ ਬਟਾਈ ਪ੍ਰਣਾਲੀ ਕੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਸਭ ਤੋਂ ਵੱਧ ਪ੍ਰਚਲਿਤ ਜਿਹੜੀ ਕਹਿ ਸਕਦੇ ਹਾਂ ਇਕਾਈ ਰਹੀ ਸੀਗੀ ਬਟਾਈ ਪ੍ਰਣਾਲੀ। ਸੋ ਇਸ ਪ੍ਰਣਾਲੀ ਦੇ ਅਧੀਨ ਸਿਸਟਮ ਕੀ ਹੁੰਦਾ ਸੀਗਾ ਕਿ ਫਸਲ ਦੀ ਕਟਾਈ ਤੋਂ ਬਾਅਦ, ਸੋ ਜਦੋਂ ਫਸਲ ਕੱਟ ਲਈ ਜਾਂਦੀ ਸੀਗੀ ਤਾਂ ਸਰਕਾਰ ਕਿਸਾਨ ਦੀ ਉਪਜ ਦੇ ਵਿੱਚੋਂ ਆਪਣਾ ਜਿਹੜਾ ਨਿਸ਼ਚਿਤ ਕੀਤਾ ਹੋਇਆ ਹਿੱਸਾ ਉਹ ਪ੍ਰਾਪਤ ਕਰਦੀ ਸੀਗੀ। ਸੋ ਇਸ ਹਿੱਸਾ ਕਿੰਨਾ ਹੁੰਦਾ ਸੀਗਾ? ਇਹ 1/3 ਹੁੰਦਾ ਸੀ, ਧਿਆਨ ਰੱਖਣਾ 1/3 ਹੁੰਦਾ ਸੀ। ਸੋ ਜਦੋਂ ਫਸਲ ਪੱਕ ਜਾਂਦੀ ਸੀ ਔਰ ਕੱਟ ਲਿਆ ਜਾਂਦਾ ਸੀ ਤਾਂ ਉਹਦੇ ਵਿੱਚੋਂ ਜਿਹੜੀਆਂ ਹਨ 3 ਢੇਰੀਆਂ ਬਣਾ ਲਈਆਂ ਜਾਂਦੀਆਂ ਸੀਗੀਆਂ ਫਸਲ ਦੀਆਂ। ਉਹਨਾਂ ਦੇ ਵਿੱਚੋਂ ਜਿਹੜੀਆਂ 2 ਹੁੰਦੀਆਂ ਸੀਗੀਆਂ ਉਹ ਤਾਂ ਕਿਸਾਨ ਨੂੰ ਦੇ ਦਿੱਤੀਆਂ ਜਾਂਦੀਆਂ ਸੀਗੀਆਂ, ਠੀਕ ਹੈ, ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਹੁੰਦੀ ਸੀ ਉਹ ਸਰਕਾਰ ਨੂੰ ਚਲੀ ਜਾਂਦੀ ਸੀਗੀ। ਸਿੰਪਲ ਜਿਹਾ ਮੈਥਡ ਹੈ ਕਿ 1/3 ਜਿਹੜੇ ਹੈ ਨਾ ਉਪਜ ਦਾ ਜਿਹੜਾ ਕਹਿ ਸਕਦੇ ਹਾਂ ਨਾ ਲਗਾਨ ਦੇ ਰੂਪ ਦੇ ਵਿੱਚ ਬਟਾਈ ਪ੍ਰਣਾਲੀ ਦੇ ਅਧੀਨ ਲਗਾਇਆ ਜਾਂਦਾ ਸੀ। ਬਟ ਇਹਦੇ ਵਿੱਚ ਇਹ ਹੁੰਦਾ ਸੀ ਕਿ ਫਸਲ ਜਦੋਂ ਕੱਟ ਲਈ ਜਾਂਦੀ ਸੀਗੀ, ਪੱਕ ਜਾਂਦੀ ਸੀਗੀ, ਪੱਕਣ ਤੋਂ ਬਾਅਦ ਕੱਟ ਕੇ ਘਰ ਦੇ ਵਿੱਚ ਲਿਆਂਦੀ ਸੀ, ਉਦੋਂ ਬਾਅਦ ਲਗਾਨ ਜਿਹੜਾ ਲਿਆ ਜਾਂਦਾ ਸੀ ਬਟਾਈ ਪ੍ਰਣਾਲੀ ਦੇ ਵਿੱਚ। ਓਕੇ, ਦੂਸਰੀ ਸੀ ਕਨਕੂਤ ਪ੍ਰਣਾਲੀ। ਸੋ ਕਨਕੂਤ ਪ੍ਰਣਾਲੀ ਦੇ ਵਿੱਚ ਕੀ ਸਿਸਟਮ ਸੀਗਾ ਕਿ ਇਹ 1824 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਈ ਰਾਜਾਂ ਦੇ ਵਿੱਚ ਜਿਹੜਾ ਕਨਕੂਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ ਸੀ 1824 ਦੇ ਵਿੱਚ, ਧਿਆਨ ਰੱਖਣਾ। ਓਕੇ, ਔਰ ਇਸ ਦੇ ਅਧੀਨ ਕੀ ਸੀਗਾ ਕਿ ਲਗਾਨ ਸੀਗਾ ਜਿਹੜਾ ਉਹ ਖੜੀ ਫਸਲ ਦੇ ਆਧਾਰ ਦੇ ਉੱਪਰ ਲਗਾਇਆ ਜਾਂਦਾ ਸੀਗਾ। ਔਰ ਇਹ ਕੀ ਕਹਿੰਦੇ ਹਨ, ਨਿਸ਼ਚਿਤ ਲਗਾਨ ਜਿਹੜਾ ਹੁੰਦਾ ਸੀ ਉਹ ਨਕਦੀ ਰੂਪ ਦੇ ਵਿੱਚ ਵੀ ਲਿਆ ਜਾ ਸਕਦਾ ਸੀ ਅਤੇ ਫਸਲ ਦੇ ਰੂਪ ਦੇ ਵਿੱਚ ਵੀ ਲਿਆ ਜਾਂਦਾ, ਯਾਨੀ ਕਿ ਦੋਨੋਂ ਰੂਪਾਂ ਦੇ ਵਿੱਚ ਲਿਆ ਜਾਂਦਾ ਸੀ। ਇੱਥੇ ਜਿਹੜਾ ਹੈ ਫਸਲ ਕੱਟ ਲਈ ਜਾਂਦੀ ਸੀ, ਬਟ ਕਨਕੂਤ ਦੇ ਵਿੱਚ ਫਸਲ ਕੱਟੀ ਨਹੀਂ ਜਾਂਦੀ ਸੀ। ਖੜੀ ਫਸਲ ਨੂੰ ਜਿਵੇਂ ਹੈ ਨਾ, ਜਿਵੇਂ ਇੱਕ ਕਿੱਲੇ ਨੂੰ ਵੰਡ ਲਿੱਤਾ ਹੈ ਔਰ ਉਸ ਦੇ ਵਿੱਚੋਂ 3 ਹਿੱਸੇ ਜਿਹੜੇ ਬਣਾ ਲਿੱਤੇ ਸੀ, ਉਹਦੀ ਪ੍ਰੋਡਕਸ਼ਨ ਕਿੰਨੀ ਵੀ ਹੋਵੇ, ਘੱਟ ਵੀ ਹੋ ਸਕਦੀ ਸੀ, ਵੱਧ ਵੀ ਹੋ ਸਕਦੀ ਸੀ, ਬਟ ਉਸ ਦੇ ਆਧਾਰ ਦੇ ਉੱਪਰ ਹੀ ਜਿਹੜਾ ਤੀਜਾ ਹਿੱਸਾ ਨਾ ਉਹ ਖੜੀ ਫਸਲ ਦੇ ਵਿੱਚੋਂ ਲੈ ਲੈਂਦੇ ਸੀਗੇ। ਠੀਕ ਆ, ਸੋ ਇਸ ਤਰੀਕੇ ਨਾਲ ਕਨਕੂਤ ਪ੍ਰਣਾਲੀ ਸੀ ਜਿਹੜੀ 1824 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ। ਨੈਕਸਟ ਹੈ ਜ਼ਬਤ ਪ੍ਰਣਾਲੀ। ਇਹ ਪ੍ਰਣਾਲੀ ਕੀ ਸੀਗੀ? ਇਹ ਕੁਛ ਨਿਸ਼ਚਿਤ ਫਸਲਾਂ, ਕੁਛ ਜਿਹੜੀਆਂ ਕਹਿ ਸਕਦੇ ਹਾਂ ਫਸਲਾਂ ਸੀ ਉਹਦੇ ਉੱਪਰ ਹੀ ਲਾਗੂ ਕੀਤੀ ਗਈ ਸੀਗੀ ਇਹ ਪ੍ਰਣਾਲੀ। ਕਿਹੜੀਆਂ ਫਸਲਾਂ ਸੀ? ਇਹਦੇ ਵਿੱਚ ਗੰਨਾ, ਕਪਾਹ, ਤੰਬਾਕੂ, ਅਫੀਮ, ਤੇਲ ਦੇ ਬੀਜ, ਸਬਜ਼ੀਆਂ, ਦਾਲਾਂ ਅਤੇ ਫਲ, ਇਹਨਾਂ ਦੇ ਉੱਪਰ ਜ਼ਬਤ ਪ੍ਰਣਾਲੀ ਨੂੰ ਜਿਹੜਾ ਹੈ ਲਾਗੂ ਕੀਤਾ ਗਿਆ ਸੀ। ਇਸ ਪ੍ਰਣਾਲੀ ਦੇ ਅਧੀਨ ਇਹ ਸਿਸਟਮ ਸੀਗਾ ਕਿ ਸਰਕਾਰ ਬੀਜੇ ਹੋਏ ਰਕਬੇ ਦੇ ਆਧਾਰ ਦੇ ਉੱਪਰ ਆਪਣਾ ਲਗਾਨ ਜਿਹੜਾ ਹੈ ਉਹ ਨਿਸ਼ਚਿਤ ਕਰਦੀ ਸੀਗੀ। ਮੀਨਜ਼ ਜਿੰਨਾ ਰਕਬਾ ਉਸਨੇ ਬੀਜਿਆ ਹੋਇਆ ਉਹਦੇ ਆਧਾਰ ਦੇ ਉੱਪਰ ਉਸ ਦੇ ਵਿੱਚ ਉਹ ਹਿੱਸਾ ਲੈਂਦੇ ਸੀਗੇ। 1/3 ਹੀ ਹੁੰਦਾ ਸੀ ਸੁਭਾਵਿਕ, ਕਈਆਂ ਦੇ ਵਿੱਚ 4 ਵੀ ਚਲਾ ਜਾਂਦਾ ਸੀ, ਠੀਕ ਆ, ਕਈਆਂ ਤੋਂ 5 ਵੀ ਚਲਾ ਜਾਂਦਾ ਸੀ, ਇਹ ਡਿਪੈਂਡ ਕਰਦਾ ਸੀ ਪ੍ਰੋਡਕਸ਼ਨ ਦੇ ਉੱਪਰ। ਔਰ ਇਸ ਪ੍ਰਣਾਲੀ ਨੂੰ ਨਕਦੀ ਪ੍ਰਣਾਲੀ ਵੀ ਕਿਹਾ ਜਾਂਦਾ ਸੀ, ਕਿਉਂਕਿ ਜ਼ਬਤ ਪ੍ਰਣਾਲੀ ਦੇ ਵਿੱਚ ਇਹ ਵਿਵਸਥਾ ਸੀ ਕਿ ਜੇਕਰ ਕੋਈ ਇਹ ਫਸਲਾਂ ਦੇ ਵਿੱਚੋਂ ਉਹਨਾਂ ਨੂੰ ਹਿੱਸਾ ਨਹੀਂ ਦੇਣਾ ਚਾਹੁੰਦਾ, ਉਹ ਰੱਖਣਾ ਚਾਹੁੰਦਾ, ਤਾਂ ਇਸ ਦੇ ਬਦਲੇ ਉਹ ਨਕਦ ਜਾਂ ਪੈਸਾ ਦੇ ਕੇ ਜਿਹੜਾ ਹੈ ਨਾ ਇਸ ਤੋਂ ਜਿਹੜਾ ਛੁਟਕਾਰਾ ਪਾ ਸਕਦਾ ਸੀ, ਯਾਨੀ ਕਿ ਭੁਗਤਾਨ ਕਰ ਸਕਦਾ ਸੀਗਾ। ਸੋ ਇਸ ਕਰਕੇ ਇਸ ਨੂੰ ਨਕਦ ਪ੍ਰਣਾਲੀ ਵੀ ਕਿਹਾ ਜਾਂਦਾ ਸੀ। ਨੈਕਸਟ ਹੈ ਬਿੱਗਾ ਪ੍ਰਣਾਲੀ। ਬਿੱਗਾ ਪ੍ਰਣਾਲੀ ਕੀ ਸੀਗਾ ਕਿ ਭੂਮੀ ਦਾ ਲਗਾਨ ਨਿਸ਼ਚਿਤ ਕਰਨ ਦੇ ਲਈ ਇੱਕ ਬਿੱਗੇ ਨੂੰ ਇੱਕ ਇਕਾਈ ਮੰਨ ਲਿਆ ਜਾਂਦਾ ਸੀਗਾ। ਠੀਕ ਹੈ, ਕਿ ਇੱਕ ਬਿੱਗੇ ਦੇ ਵਿੱਚ ਜਦੋਂ ਮੰਨ ਲਿਆ ਜਾਂਦਾ ਕਿ ਇੱਕ ਬਿੱਗਾ ਹੈ ਤਾਂ ਉਹਨੂੰ ਇੱਕ ਇਕਾਈ ਮੰਨ ਲਿਆ ਜਾਂਦਾ ਸੀ, ਅਤੇ ਇਸ ਆਧਾਰ ਦੇ ਉੱਪਰ ਸਰਕਾਰ ਇਸ ਗੱਲ ਦਾ ਪਤਾ ਕਰ ਲੈਂਦੀ ਸੀ ਕਿ ਕਿਸ ਕਿਸਾਨ ਕੋਲੇ ਕਿੰਨੇ ਬਿੱਗੇ ਜ਼ਮੀਨ ਹੈ ਅਤੇ ਉਸਨੇ ਸਰਕਾਰ ਨੂੰ ਕਿੰਨਾ ਲਗਾਨ ਦੇਣਾ ਹੈ। ਠੀਕ ਹੈ, ਬਿੱਗੇ ਦੇ ਆਧਾਰ ਦੇ ਉੱਪਰ ਹੁੰਦਾ ਸੀ, ਔਰ ਇੱਕ ਬਿੱਗੇ ਨੂੰ ਇੱਕ ਇਕਾਈ ਦੇ ਰੂਪ ਦੇ ਵਿੱਚ ਉੱਥੇ ਪ੍ਰੈਜ਼ੈਂਟ ਕੀਤਾ ਸੀ। ਉਸ ਦੇ ਆਧਾਰ ਦੇ ਉੱਪਰ ਜਿਹੜਾ ਉਹ ਟੈਕਸ ਲੈਂਦੇ ਹੁੰਦੇ ਸੀਗੇ, ਲਗਾਨ ਲੈਂਦੇ ਹੁੰਦੇ ਸੀਗੇ। ਨੈਕਸਟ ਹੈ ਹਲ ਪ੍ਰਣਾਲੀ। ਸੋ ਇਹ ਬਹੁਤ ਹੈ ਨਾ ਆ ਜਾਂਦਾ ਹੁੰਦਾ ਕਈ ਵਾਰ ਕਨਫਿਊਜ਼ਨ ਵੀ ਹਲ ਪ੍ਰਣਾਲੀ ਪਤਾ ਨਹੀਂ ਕੀ ਚੀਜ਼ ਹੈਗੀ ਹੈ। ਸੋ ਇਸ ਪ੍ਰਣਾਲੀ ਦੇ ਅਨੁਸਾਰ ਕੀ ਸੀਗਾ ਕਿ ਬਲਦਾਂ ਦੀ ਇੱਕ ਜੋੜੀ ਦੇ ਦੁਆਰਾ ਜਿੰਨੀ ਭੂਮੀ ਦੇ ਉੱਪਰ ਹਲ ਚਲਾਇਆ ਜਾ ਸਕਦਾ ਸੀ ਉਸ ਨੂੰ ਇੱਕ ਇਕਾਈ ਮੰਨ ਲਿਆ ਜਾਂਦਾ ਸੀ।
ਦੋ ਬਲਦਾਂ ਦੀ ਜੋੜੀ ਸੀ, ਧਿਆਨ ਰੱਖਣਾ, ਦੋ ਬਲਦਾਂ ਦੀ ਜੋੜੀ ਸੀ ਜਿਹਦੇ ਦੁਆਰਾ ਜਿੰਨੀ ਭੂਮੀ ਦੇ ਉੱਪਰ ਹਲ ਚਲਾਇਆ ਜਾ ਸਕਦਾ ਸੀ ਉਸ ਨੂੰ ਇੱਕ ਇਕਾਈ ਮੰਨ ਲਿਆ ਜਾਂਦਾ ਸੀ ਅਤੇ ਉਸ ਦੇ ਆਧਾਰ ਦੇ ਉੱਪਰ ਜਿਹੜਾ ਕਹਿ ਸਕਦੇ ਹਨ ਟੈਕਸ ਲਗਾਇਆ ਜਾਂਦਾ ਸੀ। ਔਰ ਇਸ ਦੇ ਲਈ ਕਿਹਾ ਗਿਆ ਸੀਗਾ ਕਿ ਜਿਸ ਕਿਸਾਨ ਦੇ ਕੋਲ ਜਿੰਨੀਆਂ ਜੋੜੀਆਂ ਬੈਲਾਂ ਦੀਆਂ ਹੁੰਦੀਆਂ ਸਨ ਉਸ ਤੋਂ ਉਨੇ ਹੀ ਗੁਣਾ ਜਿਹੜਾ ਜ਼ਿਆਦਾ ਭੂਮੀ ਲਗਾਨ ਲਿਆ ਜਾਂਦਾ ਸੀ। ਠੀਕ ਹੈ, ਸੋ ਜਿੰਨੇ ਕਹਿ ਸਕਦੇ ਹਾਂ ਕਿ ਜੋੜੀਆਂ ਜ਼ਿਆਦਾ ਹੁੰਦੀਆਂ ਸੀ ਉਨਾ ਹੀ ਜ਼ਿਆਦਾ ਟੈਕਸ ਉਸ ਤੋਂ ਲਿਆ ਜਾਂਦਾ ਸੀਗਾ। ਨੈਕਸਟ ਹੈ ਖੂਹ ਪ੍ਰਣਾਲੀ, ਬਿੱਲ ਸਿਸਟਮ। ਇਸ ਪ੍ਰਣਾਲੀ ਦੇ ਅਨੁਸਾਰ ਕੀ ਸੀਗਾ ਕਿ ਭੂਮੀ ਦਾ ਲਗਾਨ ਨਿਰਧਾਰਿਤ ਕਰਨ ਦੇ ਲਈ ਉਨੀ ਜ਼ਮੀਨ ਨੂੰ ਇੱਕ ਇਕਾਈ ਮੰਨਿਆ ਜਾਂਦਾ ਸੀ ਜਿੰਨੀ ਨੂੰ ਇੱਕ ਖੂਹ ਤੋਂ ਪਾਣੀ ਲੱਗਦਾ ਸੀ ਜਾਂ ਇੱਕ ਖੂਹ ਤੋਂ ਪਾਣੀ ਮਿਲ ਸਕਦਾ ਸੀਗਾ। ਠੀਕ ਹੈ, ਉਸ ਨੂੰ ਇੱਕ ਇਕਾਈ ਮੀਨਸ ਕਿ ਇੱਕ ਖੂਹ ਤੋਂ, ਜਾਂ ਵਰਤਮਾਨ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਮੋਟਰ ਲੱਗੀ ਹੋਈ ਹੈ, ਮੋਟਰ ਕਿੰਨੇ ਕਿੱਲਿਆਂ ਨੂੰ ਜਿਹੜਾ ਪਾਣੀ ਪ੍ਰੋਵਾਈਡ ਕਰ ਸਕਦੀ ਹੈ, ਸੋ ਉਸ ਨੂੰ ਆਧਾਰ ਬਣਾਇਆ ਜਾਂਦਾ ਸੀ ਕਿ ਉਸ ਨੂੰ ਇੱਕ ਇਕਾਈ ਮੰਨ ਕੇ ਉਸ ਦੇ ਆਧਾਰ ਦੇ ਉੱਪਰ ਜਿਹੜਾ ਉਹ ਟੈਕਸ ਲਗਾਇਆ ਜਾਂਦਾ ਸੀ ਇੱਥੇ। ਠੀਕ ਹੈ, ਤਾਂ ਇਸ ਇਕਾਈ ਦੇ ਆਧਾਰ ਦੇ ਉੱਪਰ ਜਿਸ ਕਿਸਾਨ ਕੋਲੇ ਕਿਸੇ ਵੀ ਕਿਸਾਨ ਕੋਲੇ ਜਿੰਨੇ ਖੂਹ ਹੋਣਦੇ ਸੀਗੇ ਉਨੇ ਹੀ ਗੁਣਾ ਉਸ ਤੋਂ ਜਿਹੜਾ ਲਗਾਨ ਇਕੱਠਾ ਜਿਹੜਾ ਕੀਤਾ ਜਾਂਦਾ ਸੀ ਜਿੰਨੇ ਖੂਹ ਉਸ ਦੇ ਕੋਲੇ ਹੁੰਦੇ ਸੀਗੇ। ਓਕੇ, ਨੈਕਸਟ ਹੈ ਅੱਜ ਦੀ ਤਰ੍ਹਾਂ ਨਹੀਂ ਸੀਗਾ ਕਿਉਂਕਿ ਮੋਟਰ ਇੱਕ ਛੱਡ ਦਿੰਦੇ ਤਾਂ ਬਹੁਤ ਦੂਰ ਤੱਕ ਪਾਣੀ ਛੱਡ ਦਿੰਦੀ ਹੈ। ਖੂਹ ਥੋੜ੍ਹਾ ਜਿਹਾ ਨਾ ਘੱਟ ਸੀ, ਸੋ ਹੋ ਸਕਦਾ ਕਿ 1 ਕਿੱਲੇ ਜਾਂ 1 ਬਿੱਗੇ ਨੂੰ ਹੀ ਪਾਣੀ ਛੱਡਦੇ ਹੋਣ ਉਸ ਸਮੇਂ ਦੇ ਵਿੱਚ ਕਿਉਂਕਿ ਟੈਕਨੋਲੋਜੀ ਨਹੀਂ ਸੀਗੀ ਇੰਨੀ। ਓਕੇ, ਤੁਸੀਂ ਇਸ ਲਈ ਧਿਆਨ ਰੱਖਣਾ। ਨੈਕਸਟ ਹੈ ਇਜਾਰਦਾਰੀ ਪ੍ਰਣਾਲੀ। ਇਜਾਰਦਾਰੀ ਪ੍ਰਣਾਲੀ ਕੀ ਸੀਗਾ ਕਿ ਇਸ ਦੇ ਅਨੁਸਾਰ ਸਰਕਾਰ ਜਿਹੜੀ ਹੈ ਉਹ ਇੱਕ ਪਿੰਡ ਜਾਂ ਕਈ ਪਿੰਡਾਂ ਦੀ ਜ਼ਮੀਨ ਨੂੰ ਠੇਕੇਦਾਰਾਂ ਕੋਲ ਸੌਂਪ ਦਿੰਦੀ ਸੀਗੀ। ਠੇਕੇਦਾਰ ਉਸ ਦੀ ਜਿਹੜੀ ਸਪੁਰਦਗੀ ਕਰਦੇ ਸੀਗੇ ਔਰ ਉਸ ਤੋਂ ਜ਼ਮੀਨ ਦਾ ਨਿਸ਼ਚਿਤ ਲਗਾਨ ਵਸੂਲ ਕਰਦੀ ਸੀਗੀ ਸਰਕਾਰ। ਮੀਨ ਕਿ ਜ਼ਮੀਨ ਜਿਹੜੀ ਪਿੰਡਾਂ ਦੀ ਸੀਗੀ ਜਾਂ ਕਈ ਪਿੰਡਾਂ ਦੀ ਹੈ ਨਾ ਉਹ ਕੀ ਸੀਗੀ ਠੇਕੇਦਾਰ ਨੂੰ ਸੌਂਪ ਦਿੰਦੀ ਸੀ ਅਤੇ ਠੇਕੇਦਾਰ ਜਿਹੜਾ ਸੀ ਉਹ ਲਗਾਨ ਇਕੱਠਾ ਕਰਕੇ ਅੱਗੇ ਸਰਕਾਰ ਨੂੰ ਜਿਹੜਾ ਹੈ ਉਹ ਦੇ ਦਿੰਦਾ ਸੀਗਾ। ਠੀਕ ਹੈ, ਔਰ ਇਸੇ ਪ੍ਰਥਾ ਨੂੰ ਜਾਂ ਇਸੇ ਸਮੇਂ ਦੇ ਵਿੱਚ ਇਹਨਾਂ ਠੇਕੇਦਾਰਾਂ ਨੂੰ ਇਜਾਰਦਾਰ ਕਿਹਾ ਜਾਂਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਕਾਰ ਇਹਨਾਂ ਇਜਾਰਦਾਰਾਂ ਤੋਂ 3 ਜਾਂ 4 ਸਾਲਾਂ ਦਾ ਲਗਾਨ ਜਿਹੜਾ ਉਹ ਇਕੱਠਾ ਕਰਨ ਦਾ ਅਧਿਕਾਰ ਦਿੰਦੀ ਸੀ। ਮੀਨਸ ਕਿ ਉਹ 3 ਜਾਂ 6 ਸਾਲਾਂ ਦਾ ਇਕੱਠਾ ਜਿਹੜਾ ਕਹਿ ਸਕਦੇ ਹਨ ਲਗਾਨ ਇਕੱਠਾ ਕਰ ਸਕਦੀ ਹੈਗੀ ਆ। ਸੋ ਨੈਕਸਟ ਹੈ ਭੂਮੀ ਲਗਾਨ ਦੀ ਉਗਰਾਹੀ। ਸੋ ਇਹ ਲਾਸਟ ਜਿਹੜੇ ਰਹੇ ਨੇ ਸਾਰੇ ਲਗਾਨ ਦੇ ਸਾਧਨ ਸੀ ਜੋ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਲੋਕਾਂ ਦੇ ਉੱਪਰ ਲਗਾਏ ਜਾਂਦੇ ਸੀਗੇ। ਓਕੇ, ਸੋ ਨੈਕਸਟ ਹੈ ਭੂਮੀ ਲਗਾਨ ਦੀ ਉਗਰਾਹੀ। ਸੋ ਕੌਣ ਕਰਦਾ ਸੀਗਾ? ਸੋ ਭੂਮੀ ਲਗਾਨ ਦੀ ਉਗਰਾਹੀ ਸੀਗੀ ਜਿਹੜੀ ਉਹ ਸਾਲ ਦੇ ਵਿੱਚ 2 ਵਾਰੀ ਕੀਤੀ ਜਾਂਦੀ ਸੀਗੀ। ਠੀਕ ਹੈ, ਸੋ ਪਹਿਲਾਂ ਜਿਹੜੀ ਹੈ ਉਹ ਮਈ ਜਾਂ ਜੂਨ ਦੇ ਮਹੀਨੇ ਦੇ ਵਿੱਚ ਹੁੰਦੀ ਸੀ, ਫਿਰ ਦੂਸਰੀ ਵਾਰ ਜਿਹੜੀ ਹੁੰਦੀ ਸੀ ਉਹ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਕੀਤੀ ਜਾਂਦੀ ਸੀਗੀ। ਠੀਕ ਹੈ, ਫਸਲ ਪੱਕਣ ਦੇ ਅਤੇ ਕੱਟਣ ਦੇ ਉੱਪਰ ਡਿਪੈਂਡ ਹੁੰਦਾ ਸੀ। ਨੈਕਸਟ ਹੈ ਲਗਾਨ ਦੀ ਕੁੱਲ ਰਕਮ ਕਿੰਨੀ ਸੀ? ਤਾਂ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖ ਦੱਸੀ ਹੋਈ ਹੈ, ਬਟ ਜ਼ਿਆਦਾਤਰ ਜਿਹੜੀ ਹੈ ਉਹ ਸ਼ਾਮਤ ਅਲੀ ਦਾ ਜਿਹੜਾ ਕਹਿ ਸਕਦੇ ਹਾਂ ਨਾ ਜ਼ਿਆਦਾ ਸਹੀ ਮੰਨੀ ਜਾਂਦੀ ਹੈ। ਉਹਨਾਂ ਦੇ ਅਕੋਰਡਿੰਗ ਜਿਹੜਾ ਕਹਿ ਸਕਦੇ ਹਾਂ 1,96,57,172 ਰੁਪਏ ਸਾਲਾਨਾ ਆਮਦਨ ਹੁੰਦੀ ਸੀਗੀ ਭੂਮੀ ਲਗਾਨ ਤੋਂ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੂੰ। ਓਕੇ, ਨੈਕਸਟ ਹੈ ਸਰਕਾਰੀ ਆਮਦਨ ਦੇ ਕੁਝ ਹੋਰ ਸਾਧਨ। ਸੋ ਇਹਦਾ ਟੈਕਸ ਦੇ ਰੂਪ ਦੇ ਵਿੱਚ ਸੀ, ਬਟ ਇਸ ਤੋਂ ਇਲਾਵਾ ਕੁਝ ਹੋਰ ਵੀ ਜਿਹੜੇ ਸਾਧਨ ਸੀ ਜਿਨ੍ਹਾਂ ਤੋਂ ਆਮਦਨ ਪ੍ਰਾਪਤ ਹੁੰਦੀ ਸੀ। ਸੋ ਪਹਿਲਾ ਸੀ ਇਹਦੇ ਵਿੱਚ ਚੁੰਗੀ ਕਰ ਕੀ ਸੀਗਾ ਕਿ ਰਣਜੀਤ ਸਿੰਘ ਦੇ ਸਮੇਂ ਹਰ ਤਰ੍ਹਾਂ ਦੀ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹਾਂ ਚੁੰਗੀ ਕਰ ਸੀਗਾ ਜਿਹੜਾ ਹੈ ਨਾ ਉਹ ਘਰਾਂ ਦਾ ਇੱਕ ਜਾਲ ਦੀ ਤਰ੍ਹਾਂ ਵਿਛਿਆ ਹੋਇਆ ਸੀਗਾ। ਹਰ ਤਰ੍ਹਾਂ ਦੇ ਪਦਾਰਥ ਦੇ ਉੱਪਰ, ਹਰ ਇੱਕ ਵਸਤੂ ਦੇ ਉੱਪਰ, ਚਾਹੇ ਉਹ ਦੇਸੀ ਹੋਵੇ ਚਾਹੇ ਵਿਦੇਸ਼ੀ ਉੱਪਰ ਹੋਵੇ, ਉਸ ਦੇ ਉੱਪਰ ਚੁੰਗੀ ਜਿਹੜੀ ਉਹ ਲਗਾਈ ਗਈ ਸੀ। ਮੀਨਸ ਕਰ ਜਿਹੜਾ ਲਗਾਇਆ ਗਿਆ ਸੀਗਾ। ਠੀਕ ਹੈ, ਕੋਈ ਵੀ ਚੀਜ਼ ਖਰੀਦਣ ਵੇਚਣ 'ਤੇ ਜਿਵੇਂ ਅੱਜ ਟੈਕਸ ਲੱਗਿਆ ਹੋਇਆ, ਸੋ ਉਸੇ ਤਰੀਕੇ ਦੇ ਨਾਲ ਹੈ ਨਾ ਟੈਕਸ ਲੱਗਿਆ ਸੀ ਜਿਹਦੇ ਨਾਲ ਸਰਕਾਰੀ ਆਮਦਨ ਦੇ ਵਿੱਚ ਵਾਧਾ ਹੁੰਦਾ ਸੀ। ਇਸ ਤੋਂ ਇਲਾਵਾ ਨਜ਼ਰਾਨਾ ਲਿਆ ਜਾਂਦਾ ਸੀ। ਨਜ਼ਰਾਨਾ ਕੀ ਹੁੰਦਾ ਸੀਗਾ? ਇਹ ਰਕਮ ਸੀਗੀ ਜਿਹੜੀ ਜਾਂ ਸਮਾਨ 2 ਰੂਪਾਂ ਦੇ ਵਿੱਚ ਲਿਆ ਜਾਂਦਾ ਸੀ। ਜਾਂ ਤਾਂ ਇਹ ਰਕਮ ਹੋ ਸਕਦੀ ਸੀ ਜਾਂ ਸਮਾਨ ਕੋਈ ਕੀਮਤੀ ਤੋਹਫਾ ਹੋ ਸਕਦਾ ਸੀਗਾ। ਠੀਕ ਹੈ, ਇਹ ਕੀ ਸੀਗਾ? ਜਾਂ ਤਾਂ ਵੱਡੇ ਦਰਬਾਰੀਆਂ ਤੋਂ ਲਿਆ ਜਾਂਦਾ ਸੀ ਜਾਂ ਹੋਰ ਲੋਕ ਜਿਹੜੇ ਮਹਾਰਾਜਾ ਤੋਂ ਵੱਖ-ਵੱਖ ਸਮੇਂ ਦੇ ਉੱਪਰ ਤੋਹਫੇ ਲੈ ਕੇ ਆਉਂਦੇ ਸੀ ਉਸ ਨੂੰ ਨਜ਼ਰਾਨਾ ਕਿਹਾ ਜਾਂਦਾ ਸੀ, ਹੈ ਨਾ। ਸੋ ਕਸ਼ਮੀਰ ਦਾ ਅਤੇ ਮੁਲਤਾਨ ਦੇ ਗਵਰਨਰ ਤੋਂ ਕਾਫੀ ਸਮੇਂ ਤੱਕ ਜਿਹੜਾ ਹੈ ਨਾ ਨਜ਼ਰਾਨਾ ਇਹ ਲੈਂਦੇ ਰਹੇ ਸੀਗੇ। ਸੋ ਕੀ ਸੀਗਾ? ਇੱਕ ਨਜ਼ਰਾਨੇ ਦੇ ਰੂਪ ਦੇ ਵਿੱਚ ਇਹ ਸੀ, ਜਾਣੀ ਆਮਦਨ ਵੀ ਹੋ ਸਕਦੀ ਸੀ, ਤੋਹਫੇ ਵੀ ਹੋ ਸਕਦੇ ਸੀ। ਇੱਕ ਪ੍ਰਮੁੱਖ ਸਾਧਨ ਸੀਗਾ ਨਜ਼ਰਾਨਾ ਉਸ ਸਮੇਂ ਸਰਕਾਰੀ ਆਮਦਨ ਦਾ। ਨੈਕਸਟ ਸੀਗਾ ਜ਼ਬਤੀ। ਤਾਂ ਜ਼ਬਤੀ ਕੀ ਸੀਗਾ ਕਿ ਜੋ ਸੰਪੱਤੀ ਜਿਹੜੀ ਕਿਸੇ ਅਧਿਕਾਰੀ ਕੋਲ ਹੁੰਦੀ ਸੀ ਬਟ ਉਹ ਕਿਸੇ ਤਰੀਕੇ ਦੇ ਨਾਲ ਅਪਰਾਧੀ ਘੋਸ਼ਿਤ ਹੋ ਗਿਆ ਜਾਂ ਕੋਈ ਅਪਰਾਧੀ ਵਿਅਕਤੀ ਜਿਸ ਕੋਲ ਕਾਫੀ ਸੰਪੱਤੀ ਸੀਗੀ ਤਾਂ ਉਸ ਦੀ ਸੰਪੱਤੀ ਨੂੰ ਅਪਰਾਧ ਘੋਸ਼ਿਤ ਹੋਣ ਦੇ ਉੱਪਰ, ਦੋਸ਼ੀ ਘੋਸ਼ਿਤ ਹੋਣ ਦੇ ਉੱਪਰ ਉਸ ਦੀ ਜਿਹੜੀ ਸੰਪੱਤੀ ਸੀ ਉਸ ਨੂੰ ਜ਼ਬਤ ਕਰ ਲਿਆ ਜਾਂਦਾ ਸੀਗਾ। ਔਰ ਇਸ ਤੋਂ ਇਲਾਵਾ ਜਿਵੇਂ ਜਗੀਰਦਾਰਾਂ ਦੀ ਜਿਹੜੀ ਮੌਤ ਹੋ ਜਾਂਦੀ ਸੀ ਤਾਂ ਉਸ ਕੋਲ ਜਿਹੜੀ ਜ਼ਮੀਨ ਹੁੰਦੀ ਸੀਗੀ ਤਾਂ ਉਸ ਨੂੰ ਵੀ ਜਿਹੜਾ ਉਹ ਜ਼ਬਤ ਕਰ ਲਿਆ ਜਾਂਦਾ ਸੀ। ਸੋ ਇਸੇ ਪ੍ਰਕਿਰਿਆ ਨੂੰ ਜਿਹੜਾ ਹੈ ਉਹ ਜ਼ਬਤੀ ਪ੍ਰਣਾਲੀ ਕਿਹਾ ਜਾਂਦਾ ਸੀਗਾ। ਨੈਕਸਟ ਹੈ ਅਦਾਲਤਾਂ ਤੋਂ ਆਮਦਨ। ਸੋ ਅਦਾਲਤਾਂ ਤੋਂ ਆਮਦਨ ਦਾ ਇੱਕੋ ਸਾਧਨ ਸੀਗਾ ਕਿ ਮੁਕੱਦਮੇ ਦਰਜ ਕਰਵਾਉਣ ਦੇ ਲਈ ਹਰੇਕ ਵਿਅਕਤੀ ਨੂੰ ਸਰਕਾਰੀ ਪ੍ਰਮਾਣ ਪੱਤਰਾਂ ਦੇ ਉੱਪਰ ਮੋਹਰ ਜਿਹੜੀ ਉਹ ਲਗਾਉਣੀ ਪੈਂਦੀ ਸੀਗੀ ਔਰ ਇਸ ਮੋਹਰ ਲਗਾਉਣ ਦੇ ਬਦਲੇ ਹਰੇਕ ਵਿਅਕਤੀ ਨੂੰ ਕੁਝ ਫੀਸ ਜਿਹੜੀ ਉਹ ਭਰਨੀ ਪੈਂਦੀ ਸੀਗੀ। ਇਸ ਫੀਸ ਦੇ ਭਰਨ ਦੇ ਬਦਲੇ ਹੈ ਨਾ ਉਸ ਨੂੰ ਜਿਹੜਾ ਕਹਿ ਸਕਦੇ ਹਾਂ ਮੋਹਰ ਲਾ ਕੇ ਦਿੱਤੀ ਜਾਂਦੀ ਸੀ ਅਤੇ ਇਸ ਮੋਹਰ ਨੂੰ ਮੋਹਰਾਨਾ ਜਿਹੜਾ ਉਸ ਸਮੇਂ ਕਿਹਾ ਜਾਂਦਾ ਸੀਗਾ।
ਦੋਸ਼ੀ ਵਿਅਕਤੀਆਂ ਤੋਂ ਸਰਕਾਰ ਜਿਹੜਾ ਉਹ ਜੁਰਮਾਨਾ ਕਬੂਲ ਕਰਦੀ ਹੁੰਦੀ ਸੀਗੀ, ਵਸੂਲ ਕਰਦੀ ਹੁੰਦੀ ਸੀ। ਬਟ ਜਿਹੜਾ ਦੋਸ਼ੀ ਨਹੀਂ ਹੁੰਦਾ ਸੀਗਾ ਉਹਨੂੰ ਸ਼ੁਕਰਾਨੇ ਦੇ ਰੂਪ ਦੇ ਵਿੱਚ ਜਿਹੜਾ ਕਹਿ ਸਕਦੇ ਨਾ ਆਮਦਨ ਦਾ ਕੋਈ ਜਿਹੜਾ ਕਹਿ ਸਕਦੇ ਕੁਛ ਨਾ ਕੁਛ ਪਾਰਟ ਦੇਣਾ ਪੈਂਦਾ ਸੀਗਾ, ਯਾਨੀ ਕਿ ਸ਼ੁਕਰੀਆ ਕਰਨ ਦੇ ਲਈ। ਜਿਵੇਂ ਅੱਜ ਵੀ ਚੱਲਦਾ ਹੈ ਕਿ ਕਿਸੇ ਨੇ ਕੋਈ ਅੱਛਾ ਕੰਮ ਕੀਤਾ ਤਾਂ ਉਹਨੂੰ ਰਿਸ਼ਵਤ ਦੇ ਦਿੱਤੀ ਜਾਂਦੀ ਹੈ ਨਾ। ਸੋ ਉਸੇ ਤਰੀਕੇ ਦੇ ਨਾਲ ਦੋਸ਼ੀ ਤੋਂ ਵੀ ਜੁਰਮਾਨਾ ਲਿਆ ਜਾਂਦਾ ਸੀ ਅਤੇ ਜਿਹੜਾ ਕਹਿ ਸਕਦੇ ਹਾਂ ਦੋਸ਼ੀ ਨਹੀਂ ਹੁੰਦਾ ਸੀ ਉਸ ਤੋਂ ਨਜ਼ਰਾਨਾ ਦੇ ਰੂਪ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਨਾ ਲਿਆ ਜਾਂਦਾ ਸੀਗਾ। ਨੈਕਸਟ ਹੈ ਆਬਕਾਰੀ। ਸੋ ਆਬਕਾਰੀ ਕੀ ਸੀਗਾ, ਜਿਵੇਂ ਅਫੀਮ ਹੋ ਗਈ, ਠੀਕ ਹੈ, ਅਫੀਮ, ਭੰਗ, ਸੋ ਇਹਨਾਂ ਦੇ ਉੱਪਰ ਲਗਾਇਆ ਜਾਣ ਵਾਲਾ ਜਿਹੜਾ ਟੈਕਸ ਸੀਗਾ, ਠੀਕ ਹੈ, ਜਾਂ ਇਹਦੇ ਵਿੱਚ ਇਨਕਲੂਡ ਸੀਗੇ। ਇਸ ਤੋਂ ਇਲਾਵਾ ਕੁਛ ਸ਼ਾਇਦ ਮਿਸਟੇਕ ਰਹਿ ਗਿਆ, ਕੱਟ ਹੋ ਗਿਆ ਪਾਰਟ ਇਸ ਦੇ ਵਿੱਚੋਂ। ਅਫੀਮ ਜਿਹੜੀ ਸੀਗੀ ਉਹਦੇ ਵਿੱਚ ਅਫੀਮ, ਭੰਗ, ਸ਼ਰਾਬ, ਠੀਕ ਹੈ, ਇਸ ਤੋਂ ਇਲਾਵਾ ਕੁਝ ਹੋਰ ਨਸ਼ੇ ਸੀਗੇ। ਸੋ ਇਹਨਾਂ ਚੀਜ਼ਾਂ ਦੇ ਉੱਪਰ ਜੋ ਕਰ ਲਗਾਇਆ ਜਾਂਦਾ ਸੀ, ਟੈਕਸ ਲਗਾਇਆ ਜਾਂਦਾ ਸੀ, ਸੋ ਉਸ ਨੂੰ ਆਬਕਾਰੀ ਜਿਹੜਾ ਕਿਹਾ ਜਾਂਦਾ ਸੀਗਾ, ਠੀਕ ਹੈ। ਜੋ ਨਸ਼ੀਲੀਆਂ ਵਸਤੂਆਂ ਦੇ ਉੱਪਰ ਹੁੰਦਾ ਸੀ, ਧਿਆਨ ਰੱਖਣਾ, ਸੋ ਉਸ ਨੂੰ ਆਬਕਾਰੀ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਲੂਣ ਵੀ ਜਿਹੜਾ ਹੈ ਆਮਦਨ ਦਾ ਸਾਧਨ ਸੀਗਾ। ਸੋ ਖਾਣਾਂ ਦੇ ਵਿੱਚੋਂ ਲੂਣ ਕੱਢਣ ਅਤੇ ਵੇਚਣ ਦਾ ਅਧਿਕਾਰ ਸਿਰਫ ਸਰਕਾਰ ਨੂੰ ਸੀ, ਸਰਕਾਰ ਹੀ ਕੱਢ ਸਕਦੀ ਸੀ ਖਾਣਾਂ ਦੇ ਵਿੱਚੋਂ ਅਤੇ ਵੇਚ ਵੀ ਸਰਕਾਰ ਹੀ ਸਕਦੀ ਸੀ। ਤਾਂ ਇਸ ਦੇ ਉੱਪਰ ਵੀ ਜਿਹੜਾ ਉਹਨਾਂ ਨੂੰ ਕਾਫੀ ਅਰਨਿੰਗ ਹੁੰਦੀ ਸੀਗੀ। ਨੈਕਸਟ ਹੈ ਅਬਾਬਾਬ। ਸੋ ਅਬਾਬ ਕੀ ਸੀਗਾ, ਉਹ ਛੋਟੇ ਛੋਟੇ ਕਰ ਸਨ ਜੋ ਕਿ ਭੂਮੀ ਲਗਾਨ ਦੇ ਨਾਲ ਉਗਰਾਹੇ ਜਾਂਦੇ ਸੀਗੇ, ਠੀਕ ਹੈ। ਤਾਂ ਇਹ ਕੀ ਸੀਗੇ, 5 ਤੋਂ 15% ਦਾ ਹਿੱਸਾ ਹੁੰਦਾ ਸੀ ਭੂਮੀ ਲਗਾਨ ਦਾ। ਸੋ ਇਹ ਛੋਟੇ ਛੋਟੇ ਕਰ ਹੁੰਦੇ ਸੀ, ਮੀਨਸ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਕਹਿ ਸਕਦੇ ਹੁੰਦੇ ਸੀਗੇ। ਇਸ ਤੋਂ ਇਲਾਵਾ ਕਿੱਤਾ ਕਰ। ਸੋ ਪ੍ਰੋਫੈਸ਼ਨਲ ਜਿਹੜੇ ਟੈਕਸ ਵੀ ਲਗਾਏ ਜਾਂਦੇ ਸੀਗੇ ਵੱਖ-ਵੱਖ ਤਰੀਕੇ ਦੇ ਨਾਲ। ਅਤੇ ਇਹਦੇ ਵਿੱਚ ਕੀ ਸੀਗਾ ਕਿ ਵੱਖ-ਵੱਖ ਕਿੱਤਿਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਹਾਂ ਟੈਕਸ ਉਹ ਨਿਰਧਾਰਿਤ ਕੀਤਾ ਸੀ। ਸੋ ਵਪਾਰੀਆਂ ਦੀ ਗੱਲ ਕਰੀਏ ਤਾਂ ਵਪਾਰੀਆਂ ਦੇ ਲਈ 1 ਰੁਪਏ ਤੋਂ 2 ਰੁਪਏ ਪ੍ਰਤੀ ਵਿਅਕਤੀ, ਧਿਆਨ ਰੱਖਣਾ, ਵਪਾਰੀਆਂ ਦੇ ਲਈ ਇੱਕ ਵਿਅਕਤੀ ਦੇ ਉੱਪਰ, ਪ੍ਰਤੀ ਵਿਅਕਤੀ ਦੇ ਉੱਪਰ 1 ਰੁਪਏ ਤੋਂ 2 ਰੁਪਏ ਦਾ ਜਿਹੜਾ ਕਰ ਹੁੰਦਾ ਸੀਗਾ ਵਪਾਰੀਆਂ ਦੇ ਉੱਪਰ। ਔਰ ਕਾਰੀਗਰ ਜਿਵੇਂ ਕਿ ਹਾਰ, ਤਰਖਾਨਾ, ਠੀਕ ਹੈ, ਸੌਰੀ ਲੁਹਾਰ ਹੋਊਗਾ, ਠੀਕ ਹੈ, ਚੇਤੇ ਸ਼ਬਦ ਦੇ ਵਿੱਚ ਲੁਹਾਰ ਹੋ ਗਿਆ, ਤਰਖਾਣ ਹੋ ਗਏ, ਜਲਾਹੇ ਹੋ ਗਏ, ਚਮੜਾ ਰੰਗਣ ਵਾਲੇ ਹੋ ਗਏ। ਇਹਨਾਂ ਸਾਰਿਆਂ ਤੋਂ ਕੀ ਹੈ 1 ਰੁਪਈਆ ਪ੍ਰਤੀ ਘਰ ਦੇ ਹਿਸਾਬ ਦੇ ਨਾਲ ਲਿਆ ਜਾਂਦਾ ਸੀ। ਇੱਥੇ ਪ੍ਰਤੀ ਵਿਅਕਤੀ ਹੈ ਵਪਾਰ ਦੇ। ਔਰ ਜਦੋਂ ਤਰਖਾਨਾਂ ਦੀ ਗੱਲ ਕਰੀਏ, ਜਲਾਹਿਆਂ ਦੀ ਗੱਲ ਕਰੀਏ, ਲੁਹਾਰਿਆਂ ਦੀ ਗੱਲ ਕਰੀਏ ਤਾਂ ਇੱਥੇ ਪ੍ਰਤੀ ਪ੍ਰਤੀ ਘਰ 1 ਰੁਪਈਆ ਹਿਸਾਬ ਦੇ ਨਾਲ ਜਿਹੜਾ ਕਰ ਉਹ ਲਿਆ ਜਾਂਦਾ ਸੀਗਾ। ਇਸ ਤੋਂ ਇਲਾਵਾ ਨਾਈ ਹੋ ਗਏ, ਘੁਮਿਆਰ ਹੋ ਗਏ, ਦਰਜੀ ਹੋ ਗਏ, ਭੇਡਾਂ ਚਾਰਨ ਵਾਲੇ ਹੋ ਗਏ, ਇਹਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਕਿੱਤਾ ਕਰ ਜਿਹੜਾ ਉਹ ਨਹੀਂ ਲਿਆ ਜਾਂਦਾ ਸੀ, ਕਿਉਂਕਿ ਇਹਨਾਂ ਦੀ ਕੋਈ ਅਰਨਿੰਗ ਦਾ ਜਿਹੜਾ ਸਾਧਨ ਵੀ ਜਿਹੜਾ ਨਹੀਂ ਹੁੰਦਾ ਸੀ, ਠੀਕ ਹੈ। ਸੋ ਇਹ ਸੀ ਅੱਜ ਦਾ ਸਾਡਾ ਪਾਰਟ, ਜਿਸ ਦੇ ਵਿੱਚ ਆਪਾਂ ਪੂਰੇ ਦੇ ਪੂਰੇ ਜਿਹੜੇ ਐਡਮਿਨਿਸਟ੍ਰੇਟਿਵ ਸਿਸਟਮ ਸੀ ਉਸ ਨੂੰ ਸਮਝਿਆ ਹੈ। ਇਸ ਤੋਂ ਬਾਅਦ ਇੱਕ ਪਾਰਟ ਹੋਰ ਬਣ ਜਾਵੇਗਾ, ਸੋ ਜਲਦੀ ਹੀ ਤੁਹਾਨੂੰ ਉਸ ਦੀ ਵੀਡੀਓ ਮਿਲ ਜਾਵੇਗੀ। ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।